ਇਹ ਅਸਲ 'ਚ ਖੋਟੀ ਨੀਅਤ ਦੇ ਰਾਜੇ ਧਰਮ ਨੂੰ ਵਰਤਣ ਵਾਸਤੇ ਧਾਰਮਿਕ ਲੋਕਾਂ ਨੂੰ ਵਰਤਦੇ ਆ ਸਾਧ। ਧਾਰਮਿਕ ਲੋਕਾਂ ਨੂੰ ਨਾਲ ਗੰਢ ਕੇ ਧਰਮ ਦਾ ਮੁਖੌਟਾ ਪਾਇਆ ਜਾਂਦਾ। ਧਾਰਮਿਕ ਲੋਕਾਂ ਨੂੰ ਜਿਹੜੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਤੇ ਤੀਜੀ ਕੜੀ ਸੀ ਪਰਜਾ, ਪਰਜਾ ਅੰਧੀ ਗਿਆਨ ਬਿਨ ਕੂੜ ਸਤ ਮੁਖੋਂ ਅਲਾਈ, ਵਰਤਿਆ ਪਾਪ ਸਬਸ ਜਗ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਅਸਥਾਨ 'ਤੇ ਅਦਬ ਭਾਵ ਵਿੱਚ ਸਜੀ ਸਾਧ ਸੰਗਤ ਗੋਰੇ ਇਤਿਹਾਸ ਦੀ ਲੜੀ ਵਿੱਚ ਇਤਿਹਾਸ ਦਾ ਬਹੁਤ ਅਹਿਮ ਪੰਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਲੜੀ ਗਈ ਆਖਰੀ ਜੰਗ ਦਾ ਬਿਰਤਾਂਤ ਸੁਣ ਰਹੇ ਹੋ ਤੁਸੀਂ। ਸਾਧ ਸੰਗਤ ਵਿਚਾਰ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਜੋ ਸਿੱਖ ਦਾ ਧਰਮ ਹੈ, ਸਾਰੀ ਮਨੁੱਖਤਾ ਦਾ ਭਲਾ ਮੰਗਣਾ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਮਹਾਰਾਜ ਜੀ ਰੋਗਾਂ ਨਾਲ ਗ੍ਰਸਤ ਹੋਈ ਇਸ ਸ੍ਰਿਸ਼ਟੀ ਨੂੰ ਆਪ ਜੀ ਦੇ ਅਰੋਗਤਾ ਬਖਸ਼ਿਸ਼ ਕਰੋ, ਚੜ੍ਹਦੀ ਕਲਾ ਬਖਸ਼ੋ, ਸਭ ਦੇ ਘਰ ਪਰਿਵਾਰ ਸੁੱਖ ਬਖਸ਼ੋ। ਅਰਦਾਸ ਬੇਨਤੀ ਕਰੀਏ, ਭਲਾ ਮੰਗੀਏ, ਨਾਲ ਉਹਨਾਂ ਦਾ ਜਿਹੜੇ ਸੜਕਾਂ 'ਤੇ ਬੈਠੇ ਦੁੱਖ ਚੱਲ ਰਹੇ। ਅੱਧਾ ਵਰ੍ਹਾ ਹੋ ਗਿਆ ਸਾਧ ਸੰਗਤ, ਹੁਨਾਲੇ ਸਿਆਲੇ ਪਿੰਡੇ 'ਤੇ ਜਿਨ੍ਹਾਂ ਨੇ ਜਰੇ, ਸਭ ਦੀ ਚੜ੍ਹਦੀ ਕਲਾ ਵਾਸਤੇ ਸੁਰਤ ਕਰਕੇ ਭਾਵਨਾ ਕਰਕੇ ਆਪਣਾ ਯੋਗਦਾਨ ਪਾਉਂਦਿਆਂ ਆਓ ਦੋ ਪਲ ਜਪੋ ਜੀ। ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੰਘ ਲਗਭਗ 8 ਮਹੀਨਿਆਂ ਤੋਂ ਭੁੱਖ ਦੇ ਨਾਲ ਵੀ ਜੂਝ ਰਹੇ ਨੇ ਤੇ ਦੁਸ਼ਮਣ ਨਾਲ ਵੀ ਜੂਝ ਰਹੇ ਨੇ। ਸਰੀਰ ਨਿਰਬਲ ਹੋ ਗਏ, ਮਾਸ ਸੁੱਕ ਕੇ ਹੱਡਾਂ ਨਾਲ ਲੱਗ ਗਿਆ। ਗੁਰੂ ਪ੍ਰਤੀਤ ਵਿੱਚ ਇੱਕ ਇੱਕ ਸਿੰਘ ਗੁਰੂ ਦੀ ਪ੍ਰਤੀਤ ਵਿੱਚ ਬੈਠਾ ਹੈ, ਗੁਰੂ ਤੋਂ ਬੇਮੁਖ ਨਹੀਂ ਹੋਇਆ। ਪਰ ਵਿਚਾਰ ਹੈ ਵੀ ਸੱਚੇ ਪਾਤਸ਼ਾਹ ਚੰਦਕੂ ਸਿੰਘਾਂ ਦੇ ਵਿਚਾਰ ਹੈ ਵੀ ਜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਾਕਮ ਕਹਿ ਰਿਹਾ, ਕਸਮਾਂ ਖਾ ਰਿਹਾ ਵੀ ਨਿਕਲ ਜਾਈਏ ਤੇ ਪ੍ਰਾਣ ਬਚਾ ਕੇ ਜ਼ੁਲਮ ਦੇ ਵਿਰੁੱਧ ਜੰਗ ਨੂੰ ਜਾਰੀ ਰੱਖਿਆ ਜਾ ਸਕੇਗਾ। ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਹਾਕਮ ਦੀ ਨੀਅਤ ਖੋਟੀ ਹੈ, ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜਿਹੜੇ ਇਹ ਵਿਚਾਰ ਰੱਖਦੇ ਸੀ ਨਹੀਂ ਸਾਨੂੰ ਨਿਕਲ ਜਾਣਾ ਚਾਹੀਦਾ, ਸਤਿਗੁਰੂ ਜੀ ਕਹਿੰਦੇ ਤੁਹਾਨੂੰ ਖੁੱਲ੍ਹ ਹੈ ਪਰ 2 ਅੱਖਰ ਬਿਦਾਵੇ ਦੇ ਲਿਖ ਦਿਓ। ਰੂਹ ਕੰਬਦੀ ਹੈ, ਸੱਚੇ ਪਾਤਸ਼ਾਹ ਜੀ ਬਿਦਾਵਾ ਲਿਖ ਕੇ ਨਹੀਂ ਜਾ ਸਕਦੇ। ਤੋ ਜੋ ਹਾਲਾਤ ਸਨ ਅੰਦਰ ਦੇ ਉਹ ਲੜੀ ਤੁਸੀਂ ਸੁਣ ਰਹੇ ਹੋ ਇਤਿਹਾਸ ਦੀ। ਗੁਰੂ ਦੇ ਪਿਆਰ ਵਾਲੇ ਸਿੰਘ ਜਿਨ੍ਹਾਂ ਦੇ ਪ੍ਰਾਣ ਲਬਾਂ 'ਤੇ ਨੇ, ਭੁੱਖ ਦੇ ਨਾਲ ਡਾਢੇ ਆਤਰ ਹੋਏ ਆ।
ਕੁਝ ਕੁ ਦੀ ਵਿਚਾਰ ਹੈ ਕਿ ਨਿਕਲ ਜਾਣਾ ਚਾਹੀਦਾ ਹੈ। ਇਸ ਤੋਂ ਅੱਗੇ ਕੀ ਹੁੰਦਾ ਸਾਧ ਸੰਗਤ? ਅਰਜ਼ੋਈ ਕਰੀਏ ਸਾਹਿਬ, ਸਿਰ ਤੇ ਹੱਥ ਰੱਖ ਕੇ ਪਿਆਰ ਬਖਸ਼ਣ, ਇਕਾਗਰਤਾ ਬਖਸ਼ਣ, ਸੋਝੀ ਬਖਸ਼ਣ, ਆਪ ਸੰਗਤ ਅਸੀਸ ਦਿਓ। ਪਿਆਰ ਵਿੱਚ ਜੁੜ ਕੇ ਜਪੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਫਿਰ ਸਿਮਰੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਦੋਹਰਾ ਢਿਗ ਖਵਾਜੇ ਮਰਦੂਦ ਕੇ ਲਿਖੇ ਨੌਰੰਗ ਪਠਾਏ। ਇਹਨਾਂ ਜਰਨੈਲਾਂ ਵਿੱਚੋਂ ਹੀ ਜ਼ਬਰਦਸਤ ਖਾਨ, ਵਜੀਦ ਖਾਨ, ਸ਼ੇਰ ਮੁਹੰਮਦ ਖਾਨ, ਇਹਨਾਂ ਵਿੱਚੋਂ ਹੀ ਇੱਕ ਜਰਨੈਲ ਹੈ ਖਵਾਜਾ ਮਰਦੂਦ। ਔਰੰਗਜ਼ੇਬ ਨੇ ਆਪ ਆਪਣੇ ਹਸਤ ਲਿਖਤ, ਔਰ ਉਹ ਵੀ ਸ਼ਾਹੀ ਪਰਵਾਨਾ ਨਹੀਂ ਸਾਧ ਸੰਗਤ, ਧਿਆਨ ਦੇਣਾ ਜੀ। ਜਿਹੜਾ ਐਗਰੀਮੈਂਟ ਔਰੰਗਜ਼ੇਬ ਨੇ ਭੇਜਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲ, ਜਿਹੜਾ ਅਹਿਦਨਾਮਾ ਭੇਜਿਆ, ਜਿਹੜੀ ਬੇਨਤੀ ਭੇਜੀ, ਉਹ ਇੱਕ ਬਾਦਸ਼ਾਹ ਦੀ ਹੈਸੀਅਤ ਨਾਲ ਨਹੀਂ ਆਈ। ਜਦੋਂ ਬਾਦਸ਼ਾਹ ਦਾ ਪ੍ਰਮਾਣ ਪੱਤਰ ਹੁੰਦਾ, ਫਰਮਾਨ ਜਾਰੀ ਹੁੰਦਾ, ਸ਼ਾਹੀ ਫਰਮਾਨ ਦੇ ਰੂਪ ਵਿੱਚ, ਉਹ ਫਰਮਾਨ ਦੇ ਆਉਣ ਦਾ ਤਰੀਕਾ ਵੱਖਰਾ ਹੁੰਦਾ। ਸ਼ਾਹੀ ਫਰਮਾਨ ਬੜੇ ਰੋਬ ਨਾਲ ਆਉਂਦਾ, ਬੜੇ ਹੰਕਾਰ ਨਾਲ ਆਉਂਦਾ। ਜਦੋਂ ਸ਼ਾਹੀ ਫਰਮਾਨ ਦਿੱਲੀ ਦੇ ਬਾਦਸ਼ਾਹ ਦਾ ਆਉਣਾ ਹੋਵੇ, ਬਾਦਸ਼ਾਹ ਦਾ ਬੇਨਤੀ ਪੱਤਰ ਆਇਆ ਔਰ ਕੁਰਾਨ ਮਜੀਦ ਦੀ ਜ਼ਿਲਦ ਦੇ ਉੱਤੇ ਆਪਣੇ ਹੱਥਾਂ ਦੀ ਲਿਖਤ ਦੇ ਨਾਲ ਆਇਆ। ਕੋਈ ਸ਼ਾਹੀ ਫਰਮਾਨ ਜਾਂ ਸ਼ਾਹੀ ਪੇਪਰ ਦੇ ਉੱਤੇ ਨਹੀਂ ਹੈ, ਦਰਬਾਰੀ ਕਾਗਜ਼ ਦੇ ਉੱਤੇ ਨਹੀਂ ਹੈ, ਕੁਰਾਨ ਮਜੀਦ ਦੀ ਜਿਲਦ ਦੇ ਉੱਤੇ, ਆਪਾਂ ਕੁਰਾਨੇ ਪਾਕ ਦੀ ਜਿਲਦ ਦੇ ਉੱਤੇ ਲਿਖਿਆ। ਖਵਾਜਾ ਮਰਦੂਦ ਤੱਕ ਉਹ ਪਹੁੰਚੀ ਲਿਖਤ ਜੀ। ਢਿਗ ਖਵਾਜੇ ਮਰਦੂਦ ਕੇ ਲਿਖਾ ਨੌਰੰਗ ਪਠਾਏ, ਭੇਜਿਆ ਔਰੰਗਜ਼ੇਬ ਨੇ ਖਵਾਜਾ ਮਰਦੂਦ ਦੇ ਕੋਲ ਆਪਣਾ ਉਹ ਐਗਰੀਮੈਂਟ, ਆਪਣਾ ਉਹ ਅਹਿਦਨਾਮਾ, ਆਪਣਾ ਉਹ ਬੇਨਤੀ ਪੱਤਰ ਜਿਹੜਾ ਸਤਿਗੁਰਾਂ ਵੱਲ ਲਿਖਿਆ ਸੀ, ਤੇ ਖਵਾਜੇ ਮਰਦੂਦ ਕੋਲ ਭੇਜਿਆ ਸੀ ਵੀ ਤੂੰ ਸਾਡਾ ਇਹ ਜਿਹੜੀ ਅਰਜ਼ ਹੈ, ਗੁਜ਼ਾਰਿਸ਼ ਹੈ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚਾ ਦੇ। ਸੋ ਉਹ ਔਰੰਗਜ਼ੇਬ ਦੀ ਲਿਖਤ ਸ਼੍ਰੀ ਅਨੰਦਪੁਰ ਸਾਹਿਬ ਘੇਰਾ ਘੱਤੀ ਬੈਠੇ ਜਰਨੈਲ ਖਵਾਜਾ ਮਰਦੂਦ ਤੱਕ ਪਹੁੰਚੀ। ਕਸਮ ਖੁਦਾਏ ਕੁਰਾਨ ਦੀ, ਕਸਮ ਪੈਗੰਬਰ ਖਾਏ। ਪੈਗੰਬਰ ਦੀ ਕਸਮ ਖਾਧੀ ਹੋਈ ਸੀ, ਕੁਰਾਨੇ ਪਾਕ ਦੀਆਂ ਕਸਮਾਂ ਖਾਧੀਆਂ ਹੋਈਆਂ ਸੀ, ਕੁਰਾਨੇ ਪਾਕ ਦਾ ਵਾਸਤਾ ਪਾਇਆ ਹੋਇਆ ਸੀ ਸਾਧ ਸੰਗਤ। कसम खुदाए कुरान की, कसम पैगंबर खाए। खुदा दियाँ कसमां खादियाँ सी, पाक कुराने पाक दियाँ कसमां खादियाँ सी, पैगंबर दियाँ कसमां खादियाँ सी। तो मैं फिर अर्ज कर रहा भी ये जिहड़ा लिखत आई है, ये शाही फरमान नहीं है साध संगत जी। शाही फरमान ਦਰਬਾਰੀਆਂ ਦੇ ਰਾਹੀਂ ਆਉਂਦਾ ਹੁੰਦਾ ਹੈ, ਸ਼ਾਹੀ ਫਰਮਾਨ ਅਹਿਲਕਾਰਾਂ ਦੇ ਰਾਹੀਂ ਆਉਂਦਾ ਹੁੰਦਾ ਹੈ, ਸ਼ਾਹੀ ਫਰਮਾਨ ਰਾਜਿਆਂ ਦੇ ਹੰਕਾਰ ਦਾ ਸਬੂਤ ਹੁੰਦਾ ਹੈ। ਇਹ ਕੁਰਾਨੇ ਪਾਕ ਦੇ ਉੱਤੇ ਲਿਖਿਆ ਹੋਇਆ ਬੇਨਤੀ ਪੱਤਰ ਸੀ ਜਿਹੜਾ ਔਰੰਗਜ਼ੇਬ ਨੇ ਭੇਜਿਆ। ਚੌਪਈ ਮੋਹੇ ਹਾ ਕੋ ਲਿਖਿਓ ਸੋ ਲੈ ਕੇ, ਮੋਹੇ ਹਾਥ ਕੋ ਲਿਖਿਓ ਸੋ ਲੈ ਕੇ। ਔਰੰਗਜ਼ੇਬ ਨੇ ਨਾਲ ਸੁਨੇਹਾ ਭੇਜਿਆ ਸੀ ਕਿ ਮੇਰੀ ਇਹ ਹਸਤ ਲਿਖਤ, ਮੇਰੇ ਹੱਥਾਂ ਦਾ ਇਹ ਲਿਖਿਆ ਹੋਇਆ ਲੈ ਕੇ ਸੈਯਦ ਕਿਸੇ ਭਲੇ ਕੋ ਦੇ ਕੇ। ਹਾਂ, ਕਿਸੇ ਧਾਰਮਿਕ ਬੰਦੇ ਨੂੰ, ਕਿਸੇ ਸੈਯਦ ਨੂੰ, ਕਿਸੇ ਕਾਜ਼ੀ ਨੂੰ, ਕਿਸੇ ਆਲਮ ਨੂੰ, ਕਿਸੇ ਮੌਲਾਨੇ ਨੂੰ ਇਹ ਮੇਰੀ ਲਿਖਤ ਦੇ ਕੇ ਸਤਿਗੁਰਾਂ ਤੱਕ ਭੇਜਣਾ। ਇੱਥੇ ਬਹੁਤ ਜ਼ਰੂਰੀ ਹੈ ਗੌਰ ਫਰਮਾਣਾ ਸਾਧ ਸੰਗਤ ਕਿ ਸਰਕਾਰੀ ਫਰਮਾਨ ਮੌਲਾਨੇ ਨਹੀਂ ਲੈ ਕੇ ਜਾਂਦੇ, ਕਾਜ਼ੀ ਨਹੀਂ, ਧਾਰਮਿਕ ਲੋਕ ਨਹੀਂ ਲੈ ਕੇ ਜਾਂਦੇ ਹੁੰਦੇ, ਦਰਬਾਰੀ ਅਹਿਲਕਾਰ ਲੈ ਕੇ ਜਾਂਦੇ ਹੁੰਦੇ ਆ, ਕਿਉਂਕਿ ਉਹ ਹੁਕਮ ਹੁੰਦਾ, ਉਹ ਆਦੇਸ਼ ਹੁੰਦਾ, ਤੇ ਉਹ ਮੰਨਣ ਵਾਸਤੇ ਪ੍ਰਜਾ ਪਾਬੰਦ ਹੁੰਦੀ ਹੈ ਵੀ ਬਾਦਸ਼ਾਹ ਦਾ ਆਦੇਸ਼ ਆਇਆ। ਇਹ ਔਰੰਗਜ਼ੇਬ ਦਾ ਬੇਨਤੀ ਪੱਤਰ ਹੈ। ਤੇ ਔਰੰਗਜ਼ੇਬ ਨੇ ਸੁਨੇਹਾ ਭੇਜਿਆ
ਕਿ ਕਿਸੇ ਧਾਰਮਿਕ ਵਿਅਕਤੀ ਨੂੰ, ਸੈਯਦ ਨੂੰ, ਮੌਲਾਣੇ ਨੂੰ, ਕਿਸੇ ਆਲਮ ਨੂੰ ਇਹ ਪੱਤਰਕਾ ਦੇ ਕੇ, ਲਿਖਤ ਦੇ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਭੇਜਣਾ। ਸਿਰ ਪਰ ਧਰ ਕੈ ਜਾਈ ਕੁਰਾਨ। ਹਾਂ, ਬੜੀ ਨਿਮਰਤਾ ਦੇ ਨਾਲ। ਹੁਣ ਜੇ ਫਿਰ ਕੱਲਾ ਕਾਗਜ਼ ਹੁੰਦਾ ਤੇ ਗੱਲ ਹੋਰ ਹੋਣੀ ਸੀ ਸਾਧ ਸੰਗਤ। ਇਹ ਕੁਰਾਨੇ ਪਾਕ ਹੈ, ਕੁਰਾਨੇ ਮਜੀਦ ਹੈ ਇਹ ਸਾਧ ਸੰਗਤ, ਪਵਿੱਤਰ ਪਾਕ, ਜਿਹਨੂੰ ਇਸਲਾਮ ਖੁਦਾਈ ਸੁਨੇਹਾ ਮੰਨਦਾ ਹੈ। ਜਾਮਨ ਬਣਾ ਕੇ ਭੇਜਿਆ, ਸ਼ਾਦੀ ਭਰ ਕੇ ਭੇਜਿਆ ਕੁਰਾਨੇ ਪਾਕ ਦੀ, ਤੇ ਨਾਲ ਇਹ ਲਿਖਿਆ ਵੀ ਸਿਰ ਪਰ ਧਰ ਕੇ ਜਾਏ ਕੁਰਾਨ। ਕੁਰਾਨੇ ਸ਼ਰੀਫ ਨੂੰ ਸਿਰ ਤੇ ਰੱਖ ਕੇ ਕੋਈ ਧਾਰਮਿਕ ਸ਼ਖਸੀਅਤ ਜਿਹਦੀ ਜਿਲਦ ਦੇ ਉੱਤੇ ਔਰੰਗਜ਼ੇਬ ਨੇ ਅਹਿਦਨਾਮਾ ਲਿਖਿਆ, ਉਹ ਲੈ ਕੇ ਸਤਿਗੁਰੂ ਜੀ ਤੱਕ ਜਾਵੇ। ਮਿਲਹਿ ਗੁਰੂ ਸੰਗ ਕਰਹਿ ਬਖਾਨ। ਗੁਰੂ ਸਾਹਿਬ ਜੀ ਨੂੰ ਜਾ ਕੇ ਮਿਲੇ ਤੇ ਨਾ ਇੱਕ ਮੇਰੀ ਲਿਖਤ ਤੇ ਦੇਣੀ ਹੈ, ਨਾਲ ਸਤਿਗੁਰੂ ਜੀ ਨੂੰ ਇਹ ਬੇਨਤੀ ਵੀ ਕਰੇ, ਜਿਸ ਬਿਦ ਕਰ ਗੁਰ ਮਨ ਪਤਿਆਵੈ। ਇਦਾਂ ਬੇਨਤੀ ਕਰੇ ਕਿ ਸਤਿਗੁਰੂ ਜੀ ਮੇਰੀ ਬੇਨਤੀ ਨੂੰ ਮੰਨ ਲੈਣ, ਗੁਰੂ ਸਾਹਿਬ ਜੀ ਯਕੀਨ ਕਰ ਲੈਣ, ਗੁਰੂ ਸਾਹਿਬ ਜੀ ਸੰਤੁਸ਼ਟ ਹੋ ਜਾਣ। ਇਦਾਂ ਸਤਿਗੁਰੂ ਜੀ ਨੂੰ ਕੁਰਾਨੇ ਸ਼ਰੀਫ ਸਿਰ ਤੇ ਰੱਖ ਕੇ ਲੈ ਕੇ ਜਾਇਓ, ਜਾਮਨ ਬਣਾ ਕੇ ਸ਼ਾਦੀ ਕੁਰਾਨੇ ਸ਼ਰੀਫ ਦੀ, ਤੇ ਜਾ ਕੇ ਨਿਮਰਤਾ ਦੇ ਨਾਲ ਸਤਿਗੁਰੂ ਜੀ ਨੂੰ ਬੇਨਤੀ ਕਰਿਓ। ਸੋ ਕਰ ਦੇਹੋ ਨਿਕਸ ਜਿਮ ਆਵੈ। ਸੋ ਕਰ, ਉਹ ਉਹਨਾਂ ਅੱਖਰਾਂ 'ਚ ਬੇਨਤੀ ਕਰਿਓ, ਅਤ ਅਧੀਨਗੀ ਨਾਲ, ਅਤ ਨਿਮਰਤਾ ਦੇ ਨਾਲ, ਜਿਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮੰਨ ਜਾਣ ਕਿ ਉਹ ਮੇਰੇ ਕੋਲ ਦੱਖਣ ਵੱਲ ਆ ਜਾਣ। ਸੋ ਕਰ ਦਿਓ ਨਿਕਸ ਜਿਮ ਆਵੈ, ਜਿਹਦੇ ਨਾਲ ਸਤਿਗੁਰੂ ਜੀ ਨਿਕਲ ਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੇਰੇ ਵੱਲ ਆ ਜਾਣ। ਜਿਉ ਕਿਉ ਕਰ ਗੁਰ ਕਰਹੁ ਨਿਕਾਰਨ। ਜਿਵੇਂ ਕਿਵੇਂ ਹੋ ਸਕੇ, ਹਾੜੇ ਕੱਢ ਕੇ, ਤਰਲੇ ਲੈ ਕੇ, ਵਾਸਤਾ ਪਾ ਕੇ ਖੁਦਾ ਦਾ, ਕੁਰਾਨ ਦਾ, ਜਿਵੇਂ ਕਿਵੇਂ ਹੋ ਸਕੇ ਸਤਿਗੁਰੂ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਚੋਂ, ਕਿਲ੍ਹਾ ਆਨੰਦਗੜ੍ਹ ਵਿੱਚੋਂ ਬਾਹਰ ਲੈ ਆਵੋ। ਮੁਝ ਲਗ ਪਹੁੰਚਾ ਹੈ ਤਜ ਰਣ ਧਾਰਨ। ਹਾਂ, ਤੇ ਉਹਨਾਂ ਨੂੰ ਬੇਨਤੀ ਕਰੋ ਕਿ ਇਸ ਭਿਆਨਕ ਜੰਗ ਨੂੰ ਤਿਆਗ ਕੇ ਮੈਂ ਦੱਖਣ ਵਿੱਚ ਸਤਿਗੁਰਾਂ ਦਾ ਇੰਤਜ਼ਾਰ ਕਰਦਾ, ਸੱਚੇ ਪਾਤਸ਼ਾਹ ਜੀ ਮੇਰੇ ਕੋਲ ਆ ਜਾਣ। ਸਭ ਉਮਰਾਬ ਬ੍ਰਿੰਦ ਗਿਰ ਰਾਜੇ। ਜਿੰਨੇ ਵੀ ਪਹਾੜੀ ਰਾਜੇ ਨੇ, ਜਿੰਨੇ ਵੀ ਉਮਰਾਵ ਨੇ, ਮੀਆਂ ਨੇ, ਮੁਖੀ ਨੇ, ਜਿੰਨੇ ਵੀ ਆਗੂ ਹਨ, ਮੇਲੇ ਏਕ ਥਲ ਮਸਲਤ ਕਾਜੇ। ਸਾਰੇ ਇੱਕ ਥਾਂ ਇਕੱਠੇ ਹੋਏ। ਇਧਰੋਂ ਕੁਰਾਨ ਮਜੀਦ ਲਿਖਤ ਜਿਹੜੀ ਸੀ ਔਰੰਗਜ਼ੇਬ ਨੇ ਭੇਜੀ ਆ, ਇੱਥੇ ਪਹਾੜੀ ਰਾਜੇ ਸਾਰੇ ਇਕੱਠੇ ਹੋਏ ਹਨ। ਸਕਲ ਵਕੀਲ ਪਈ ਮੌਜੂਦ। ਉਹ ਸਾਰੇ ਜਿਹੜੇ ਦੂਤ ਸਨ, ਜਿਹੜੇ ਦਰਬਾਰੀ ਸਨ, ਉਹ ਮੌਜੂਦ ਸਨ, ਹਾਜ਼ਰ ਸਨ। ਬੜੀ ਗੰਭੀਰਤਾ ਦੇ ਨਾਲ ਇਹ ਮਸਲਤ ਕਰ ਰਹੇ ਸੀ, ਮਸ਼ਵਰਾ ਕਰ ਰਹੇ ਸੀ। ਤਬ ਬੋਲਿਓ ਖਵਾਜਾ ਮਰਦੂਦ। ਜਦੋਂ ਇਹ ਸਾਰੇ ਇਕੱਠੇ ਹੋਏ ਨਾ ਜੀ, ਜਿੰਨੇ ਦਰਬਾਰੀ, ਦੂਤ, ਅਹਿਲਕਾਰ ਸਭ ਖੜੇ ਆ, ਵਿਚਾਰ ਕਰ ਰਹੇ ਆ, ਤੇ ਖਵਾਜਾ ਮਰਦੂਦ ਨੇ ਉਸ ਵਕਤ ਆਖਿਆ, ਹਜ਼ਰਤ ਲਿਖ ਭੇਜਿਓ ਪਰਵਾਨਾ। ਜਾ ਕੇ ਖਵਾਜਾ ਮਰਦੂਦ ਨੇ ਕਿਹਾ ਵੀ ਜਿਹੜਾ ਤੁਸੀਂ ਮਸ਼ਵਰਾ ਕਰ ਰਹੇ ਹੋ ਨਾ, ਹਜ਼ਰਤ ਨੇ, ਬਾਦਸ਼ਾਹ ਨੇ, ਔਰੰਗਜ਼ੇਬ ਨੇ ਵੀ ਆਪਣਾ ਪਰਵਾਨਾ ਲਿਖ ਕੇ, ਆਪਣੀ ਲਿਖਤ ਲਿਖ ਕੇ ਸਤਿਗੁਰਾਂ ਵੱਲ ਭੇਜੀ ਹੈ। ਜਿਮ ਮਾਤਾ ਚਾਹੇ ਧਰਮ ਇਮਾਨਾ। ਜਿਸ ਤਰ੍ਹਾਂ ਸਿੰਘ ਚਾਹਣਗੇ, ਜਿਵੇਂ ਮਾਤਾ ਜੀ ਚਾਹਣਗੇ, ਜਿਵੇਂ ਗੁਰੂ ਸਾਹਿਬ ਜੀ ਚਾਹਣਗੇ, ਉਸੇ ਤਰ੍ਹਾਂ ਹੀ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਕਿ ਮੈਂ ਮੰਨਣ ਲਈ ਤਿਆਰ ਹਾਂ, ਬਸ ਇੱਕ ਵਾਰੀ ਸਾਡੀ ਪੱਤ ਰਹਿ ਜੇ, ਵਾਸਤਾ ਖੁਦਾ ਦਾ ਹੈ, ਵਾਸਤਾ ਕੁਰਾਨ ਦਾ ਹੈ, ਜਾਮਨ ਕੁਰਾਨੇ ਸ਼ਰੀਫ ਨੂੰ ਬਣਾਉਂਦੇ ਆ, ਇੱਕ ਵਾਰੀ ਸ਼੍ਰੀ ਅਨੰਦਪੁਰ ਸਾਹਿਬ ਛੱਡ ਦਿਓ। ਤਿਮ ਲਿਖ ਪਠੋ ਨਾ ਬਿਲਮ ਲਗਾਵੋ। ਤੇ ਤੁਸੀਂ ਵੀ ਉਦਾਂ ਹੀ ਲਿਖੋ, ਜਿਹਦੇ ਨਾਲ ਗੁਰੂ ਸਾਹਿਬ ਜੀ ਤੇ ਸਾਰੇ ਸਿੰਘ ਮਾਤਾ ਜੀ ਸਮੇਤ ਸਹਿਮਤ ਹੋ ਜਾਣ, ਮਤਲਬ ਜਿਹਦੇ ਤੇ ਯਕੀਨ ਕੀਤਾ ਜਾ ਸਕੇ। ਧਰਮ ਦਾ ਵਾਸਤਾ ਪਾਓ, ਧਰਮ ਨੂੰ ਜਾਮਨ ਬਣਾਓ। ਉਹਨੇ ਦੱਸਿਆ ਖਵਾਜਾ ਮਰਦੂਦ ਨੇ ਵੀ ਔਰੰਗਜ਼ੇਬ ਨੇ ਤੇ ਭਾਈ ਲਿਖਤ ਭੇਜ ਦਿੱਤੀ ਹੈ, ਤੇ ਨਾਲ ਉਹਨੇ ਜ਼ੁਬਾਨੀ ਵੀ ਕਹਿ ਦਿੱਤਾ, ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸ਼ਬਦ ਲਿਖੋ ਜਿਹਦੇ ਨਾਲ ਸਤਿਗੁਰੂ ਜੀ, ਗੁਰੂ ਸਾਹਿਬ ਜੀ, ਮਾਤਾ ਜੀ, ਸਿੰਘ ਸਾਰੇ ਜਿਹੜੇ ਆ ਉਹ ਮੰਨ ਜਾਣ ਜੀ, ਉਹਨਾਂ ਦੇ ਮਨ ਨੂੰ ਗੱਲ ਭਾ ਜਾਵੇ। ਸਭ ਰਾਜੇ ਦਿਜ ਭਲੇ ਬੁਲਾਵੋ। ਸਾਰੇ ਰਾਜੇ ਇਕੱਠੇ ਕਰੋ, ਜਿਹੜੇ ਰਹਿ ਗਏ ਨੇ
ਉਹਨਾਂ ਨੂੰ ਸਾਰਿਆਂ ਨੂੰ ਬੁਲਾਓ ਤੇ ਸਭ ਰਾਜੇ ਦਿਜ। ਹੁਣ ਇਹ ਜਦੋਂ ਇਹ ਅਸਲ 'ਚ ਖੋਟੀ ਨੀਅਤ ਦੇ ਰਾਜੇ ਧਰਮ ਨੂੰ ਵਰਤਣ ਵਾਸਤੇ ਧਾਰਮਿਕ ਲੋਕਾਂ ਨੂੰ ਵਰਤਦੇ ਆ। ਸਾਧ ਸੰਗਤ, ਧਾਰਮਿਕ ਲੋਕਾਂ ਨੂੰ ਨਾਲ ਗੰਢ ਕੇ ਧਰਮ ਦਾ ਮੁਖੌਟਾ ਪਾਇਆ ਜਾਂਦਾ ਹੈ। ਧਾਰਮਿਕ ਲੋਕਾਂ ਨੂੰ ਜਿਹੜੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਤੇ ਤੀਜੀ ਕੜੀ ਸੀ ਪਰਜਾ, ਪਰਜਾ ਅੰਧੀ ਗਿਆਨ ਬਿਨ ਕੂੜਕ ਸਤ ਮੁਖੋਂ ਅਲਾਈ, ਵਰਤਿਆ ਪਾਪ ਸਬਸ ਜਗ ਮਾਹੀ। ਕਹਿੰਦੇ ਜੀ ਸਾਰੇ ਦਿਜ ਸੱਦੋ, ਦਿਜ ਮਤਲਬ ਬ੍ਰਾਹਮਣ, ਧਾਰਮਿਕ ਆਗੂ, ਪੁਜਾਰੀ ਆਦਿਕ। ਜਦੋਂ ਧਰਮ ਨੂੰ ਵਰਤਣਾ ਹੁੰਦਾ ਹੈ ਰਾਜਸੀ ਹਿੱਤਾਂ ਵਾਸਤੇ, ਧਿਆਨ ਦਿਓ ਚੰਗੀ ਤਰ੍ਹਾਂ ਦੇ ਨਾਲ, ਆਪਣੀਆਂ ਤਖਤਾਂ ਨੂੰ ਕਾਇਮ ਰੱਖਣ ਵਾਸਤੇ, ਆਪਣੇ ਫੋਕੇ ਹੰਕਾਰ ਨੂੰ ਬਚਾਉਣ ਵਾਸਤੇ, ਆਪਣੀ ਝੂਠੀ ਪੱਤ ਰੱਖਣ ਵਾਸਤੇ, ਜਦੋਂ ਇਹ ਰਾਜ ਸਤਾ ਤੇ ਕਾਬਜ ਲੋਕ, ਦੋ ਚੀਜ਼ਾਂ ਹੁੰਦੀਆਂ, ਇੱਕ ਸੱਤ ਤੇ ਇੱਕ ਸਤਾ। ਇਹਨਾਂ ਵਾਸਤੇ ਸਤਾ ਵੱਡੀ ਚੀਜ਼ ਹੈ, ਇਹ ਸੱਤ ਦਾ ਕਤਲ ਕਰ ਸਕਦੇ ਆ। ਸਾਧ ਸੰਗਤ, ਧਰਮੀ ਬੰਦੇ ਵਾਸਤੇ ਸੱਤ ਸਭ ਤੋਂ ਵੱਡੀ ਤਾਕਤ ਹੈ। ਉਹ ਸੱਤ ਵਾਸਤੇ ਸਤਾ ਕੁਰਬਾਨ ਕਰ ਸਕਦਾ ਹੈ, ਪਰ ਸਤਾ ਦੀ ਭੁੱਖ ਦਾ ਮਾਲਕ ਬੰਦਾ ਹੈ, ਉਹ ਸਤਾ ਵਾਸਤੇ ਸੱਤ ਨੂੰ ਕਤਲ ਕਰਵਾ ਸਕਦਾ ਹੈ, ਧਰਮ ਨੂੰ ਕਤਲ ਕਰਵਾ ਸਕਦਾ ਹੈ। ਇਹ ਗੱਲ ਚੇਤੇ 'ਚ ਰੱਖਿਓ। ਮੁਖੌਟਾ ਪਾ ਸਕਦਾ ਹੈ, ਅਡੰਬਰ ਕਰ ਸਕਦਾ ਹੈ, ਦਿਖਾਵਾ ਕਰ ਸਕਦਾ ਹੈ, ਪਰ ਮਨੋਰਥ ਸੱਤ ਨਹੀਂ ਹੈ, ਮਨੋਰਥ ਸਤਾ ਹੈ। ਸੋ ਰਾਜਿਆਂ ਨੂੰ ਵੀ ਕਿਹਾ, ਰਾਜਿਆਂ ਨੇ ਉਸੇ ਵੇਲੇ ਸਾਰੇ ਬ੍ਰਾਹਮਣ ਸੱਦੇ ਜਿਹੜੇ ਪਿੱਠੂ ਸਨ ਇਹਨਾਂ ਦੇ, ਜਿਨ੍ਹਾਂ ਦੀਆਂ ਜ਼ਮੀਰਾਂ ਵਿਕੀਆਂ ਹੋਈਆਂ ਸੀ, ਜਿਹੜੇ ਧਰਮ ਦੇ ਮੁਖੌਟੇ ਦੇ ਹੇਠਾਂ ਰੱਬ ਦੇ ਨਾਲ ਛਲ ਕਰਨਾ ਚਾਹੁੰਦੇ ਸੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਪਰ ਉਹਨਾਂ ਨੂੰ ਕੌਣ ਛਲ ਸਕਦਾ ਸੀ ਜੀ ਭਲਾ? ਪਰ ਇਹ ਹਥਿਆਰ ਜ਼ਰੂਰ ਵਰਤਿਆ ਕਿ ਅਸੀਂ ਦੀਨ ਦਾ, ਧਰਮ ਦਾ, ਅਸੀਂ ਧਰਮ ਚਿੰਨ੍ਹਾਂ ਦਾ, ਅਸੀਂ ਖੁਦਾਈ ਗ੍ਰੰਥ ਦਾ ਵਾਸਤਾ ਪਾਉਂਦੇ ਹਾਂ। ਇਹਨੂੰ ਹਥਿਆਰ ਵਜੋਂ ਵਰਤਿਆ, ਸੋਰਸ ਵਜੋਂ, ਸਾਧਨ ਵਜੋਂ, ਵਸੀਲੇ ਵਜੋਂ ਵਰਤਿਆ। ਇੱਕ ਤੇ ਗੁਰਮੁਖੋ ਹੁੰਦਾ ਵੀ ਅਸੀਂ ਜ਼ੁਬਾਨ ਤੋਂ ਕਹਿ ਦਈਏ ਵੀ ਆਹ ਚੀਜ਼ ਜਿਹੜੀ ਹੈ ਇਹ ਵਸੀਲਾ ਹੈ, ਤੇ ਕਈ ਵਾਰੀ ਸਾਨੂੰ ਉਹ ਗੱਲ ਰੜਕਦੀ ਹੈ। ਇੱਕ ਉਹ ਲੋਕ ਹੁੰਦੇ ਆ ਜਿਹੜੇ ਵਸੀਲੇ ਵਜੋਂ ਵਰਤਦੇ ਨੇ ਪਰ ਬਾਹਰੋਂ ਅਡੰਬਰ ਕਰਦੇ ਆ, ਉਹ ਜ਼ਿਆਦਾ ਖਤਰਨਾਕ ਹੁੰਦੇ ਆ। ਉਹਨਾਂ ਵਾਸਤੇ ਧਰਮ ਸਿਰਫ ਇੱਕ ਵਸੀਲਾ ਹੈ, ਮਨੋਰਥ ਸੱਤ ਨਹੀਂ ਹੈ, ਮਨੋਰਥ ਸਤਾ ਹੈ। ਉਧਰ ਸੈਯਦ ਬੁਲਾਏ ਗਏ, ਮੌਲਾਣੇ ਬੁਲਾਏ ਗਏ, ਧਰਮ ਦੇ ਬੁਰਕਿਆਂ ਵਾਲੇ, ਭੇਖ ਵਾਲੇ, ਪਰ ਆਉਣਗੇ ਕਿਹੜੇ? ਕੂੜ ਰਾਜੇ ਦੇ ਨਾਲ ਕੌਣ ਖੜੇਗਾ ਜੀ? ਜਿਨ੍ਹਾਂ ਨੇ ਧਰਮ ਦੇ ਮੁਖੌਟੇ ਹੇਠਾਂ ਆਪਣੀਆਂ ਜ਼ਮੀਰਾਂ ਵੇਚੀਆਂ ਹੁੰਦੀਆਂ, ਉਹ ਛਿੱਲੜਾਂ ਦੇ ਬਦਲੇ, ਟੁਕੜਿਆਂ ਦੇ ਬਦਲੇ ਧਰਮ ਨੂੰ ਕਲੰਕਿਤ ਕਰਨ ਵਾਸਤੇ, ਸੱਤ ਨੂੰ ਖਤਮ ਕਰਨ ਵਾਸਤੇ ਨਾਲ ਸਹਿਯੋਗੀ ਬਣ ਜਾਂਦੇ ਆ। ਇਹ ਵਕਤ ਸਦਾ ਹੀ ਗਵਾਹੀ ਦਿੰਦਾ ਜੀ। ਤੋ ਬੜੇ ਬੜੇ ਐਸੇ ਲੋਕ ਸਨ, ਧਰਮ ਦੇ ਅਖੌਤੀ ਆਗੂ, ਜਿਨ੍ਹਾਂ ਨੇ ਸੱਤ ਦਾ ਸਾਥ ਨਹੀਂ ਦਿੱਤਾ, ਪਾਪ ਦਾ ਸਾਥ ਦਿੱਤਾ। ਅਸੀਂ ਜੇ ਜਿਉਂ ਜੁਗਾਂ ਤੋਂ ਬਾਤ ਸੁਣਦੇ ਹਾਂ, ਪਹਿਲਾਦ ਦੀ ਗਾਥਾ ਸੁਣਦੇ ਹਾਂ, ਬਾਬਾ ਨਾਮਦੇਵ ਜੀ ਦੀ ਸੁਣਦੇ ਹਾਂ, ਕਬੀਰ ਸਾਹਿਬ ਜੀ ਦੀ ਸੁਣਦੇ ਹਾਂ, ਇਨਸਾਫ ਕਰਨ ਵਾਲਿਆਂ ਨੇ, ਨਿਆਂ ਕਰਨ ਵਾਲਿਆਂ ਨੇ ਵੱਡੀ ਲੈ ਕੇ ਹੱਕ ਗਵਾਈ। ਤੋ ਦਿਸ ਬਰ ਬੁਲਾਏ ਗਏ, ਇੱਕ ਪਾਸੇ ਸੈਯਦ ਕਿਸੇ ਭਲੇ ਕੋ ਦੇ ਕੇ, ਤੇ ਦੂਜੇ ਪਾਸੇ ਸਾਰੇ ਜਿਹੜੇ ਬ੍ਰਾਹਮਣ ਸਨ, ਸਭ ਰਾਜੇ ਦਿਜ ਭਲੇ ਬੁਲਾਵੋ। ਹੁਣ ਕੰਮ ਰਾਜਨੀਤੀ ਦਾ ਹੈ, ਤੇ ਦਿਸ ਬਰ ਕਿਉਂ ਬੁਲਾਏ ਜਾ ਰਹੇ ਆ ਜੀ? ਪੁਰੋਹਿਤ ਪੁਜਾਰੀ ਕਿਉਂ ਬੁਲਾਏ ਜਾ ਰਹੇ ਆ? ਤਾਂ ਕਿ ਉਹਨਾਂ ਦੇ ਛੜਾਵੇ ਹੇਠਾਂ ਆਪਣੀ ਸਾਜ਼ਿਸ਼ ਨੂੰ ਕਾਮਯਾਬ ਕੀਤਾ ਜਾ ਸਕੇ। ਖਵਾਜਾ ਮਰਦੂਦ ਨੇ ਸਾਰੀ ਨੀਅਤ ਆ ਕੇ ਰਾਜਿਆਂ ਕੋਲ, ਬਾਦਸ਼ਾਹ ਦੀ ਜਿਹੜੀ ਨੀਅਤ ਸੀ ਔਰੰਗਜ਼ੇਬ ਦੀ, ਉਹ ਪ੍ਰਗਟ ਕੀਤੀ। ਇਤ ਅੰਤਰ ਤੇ ਨਿਕਸਨ ਹਾਰੇ, ਇਤ ਅੰਤਰ ਤੇ ਨਿਕਸਨ। ਇੱਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੀ, ਨਾ ਤੇ ਉਹਨਾਂ ਨੂੰ 8 ਮਹੀਨਿਆਂ 'ਚ ਹਰਾ ਸਕੇ ਤੇ ਨਾ ਸ਼੍ਰੀ ਆਨੰਦਗੜ੍ਹ ਦੇ ਕਿਲੇ 'ਚੋਂ ਬਾਹਰ ਕੱਢ ਸਕੇ ਜੀ। ਨਿਕਸ ਨਾ ਹਾਰੇ, ਨਾ ਉਹ ਬਾਹਰ ਨਿਕਲੇ ਨੇ
ਤੇ ਨਾ ਹੀ ਉਹਨਾਂ ਨੇ ਹਾਰ ਮੰਨੀ ਹੈ ਸਾਧ ਸੰਗਤ। ਹੁਣ ਜਦੋਂ ਤਾਕਤ ਦੇ ਹੀਲੇ ਮੁੱਕ ਗਏ, ਸਮ ਦਮ ਦੰਡ ਭੇਦ ਅਸਫਲ ਹੋ ਗਏ, ਬਲ ਹਾਰ ਗਏ, ਸਾਹਮਣੇ ਯੁੱਧ ਕਰਨ ਜੋਗੇ ਨਾ ਰਹੇ, ਤੇ ਹੁਣ ਧਰਮ ਦਾ ਮੁਖੌਟਾ ਪਹਿਨ ਕੇ ਵਾਸਤਾ ਪਾਇਆ ਕੁਰਾਨ ਮਜੀਦ ਦਾ, ਜਾਮਨ ਬਣਾ ਕੇ, ਸ਼ਾਦੀ ਬਣਾ ਕੇ ਇਦਾਂ ਦਾ ਵਸੀਲਾ ਵਰਤਣਾ ਚਾਹੁੰਦੇ ਹਨ। ਉਤ ਹਜਰਤ ਤੂਰਨਤਾ ਧਾਰੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨਾ ਹਾਰ ਮੰਨ ਰਹੇ ਨੇ, ਨਾ ਅਨੰਦਪੁਰ ਸਾਹਿਬ ਛੱਡ ਰਹੇ ਨੇ। ਉਧਰ ਬਾਦਸ਼ਾਹ ਕਹਿੰਦਾ ਵੀ ਤੁਰੰਤ, ਖਰਚੇ ਬਹੁਤ ਹੋ ਗਏ, ਰਾਜ ਉੱਜੜ ਚੱਲਿਆ, ਫੌਜਾਂ ਬੈਠੀਆਂ ਹੋਈਆਂ, ਦੱਖਣ ਦੀ ਬਗਾਵਤ ਦਬਾਈ ਨਹੀਂ ਜਾ ਰਹੀ, ਕਈ ਪਾਸੇ ਹੋਰ ਬਗਾਵਤਾਂ ਸਿਰ ਚੁੱਕ ਸਕਦੀਆਂ। ਤੇ ਔਰੰਗਜ਼ੇਬ ਕਹਿੰਦਾ ਵੀ ਮੇਰੇ ਵਾਸਤੇ ਇਹ ਸਿੱਖ ਖਤਰਾ ਬਣ ਗਏ ਨੇ, ਕਿਸੇ ਵੀ ਹੀਲੇ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਨੂੰ ਖਤਮ ਕਰੋ। ਉਹ ਤੂਰਨਤਾ ਧਾਰੀ ਬੈਠਾ ਹੈ। ਬਾਦਸ਼ਾਹ ਤੁਰੰਤ ਇਸ ਝਮੇਲੇ ਨੂੰ ਨਿਬੇੜਨਾ ਚਾਹੁੰਦਾ ਹੈ। ਦਿਨ ਮਹਿ ਇੱਕ ਦੋਇ ਸ਼ਤਰ ਸੂਰ। ਦਿਨ 'ਚ ਇੱਕ ਦੋ ਅਸਵਾਰ ਜਿਹੜੇ ਸੀ, ਸਾਂਢਣੀ ਜਿਹੜੇ ਸੰਦੇਸ਼ਾ ਲੈ ਕੇ ਜਾਣ ਵਾਲੇ ਸੀ ਜੀ, ਕਦੀ ਇੱਧਰੋਂ ਚਲੇ ਜਾਣ ਜੀ, ਕਦੀ ਰਾਜਿਆਂ ਵੱਲੋਂ ਆ ਜਾਣ, ਕਦੀ ਤੁਰਕ ਫੌਜਾਂ ਵੱਲੋਂ ਆ ਜਾਣ। ਇੱਕ ਦੋ ਬੇਨਤੀ ਕਰਨ ਵਾਲੇ, ਸੁਨੇਹੇ ਲਿਜਾਣ ਵਾਲੇ ਦੂਤ ਜਿਹੜੇ ਸੀ, ਜੰਗ ਨੂੰ ਮੁਕਾਉਣ ਵਾਸਤੇ, ਅਨੰਦਪੁਰ ਸਾਹਿਬ ਖਾਲੀ ਕਰਨ ਵਾਸਤੇ, ਉਹ ਯਤਨ ਜਾਰੀ ਸੀ ਲਗਾਤਾਰ, ਗੱਲਬਾਤ ਦਾ ਸਿਲਸਿਲਾ ਜਾਰੀ ਸੀ। ਤੇ ਇੱਕ ਵਾਰੀ ਨਹੀਂ, ਕਿਤੇ ਦਿਨ ਵਿੱਚ ਇੱਕ ਇੱਕ, ਦੋ ਦੋ, ਤਿੰਨ ਤਿੰਨ ਵਾਰ ਅਸਵਾਰ ਜਾ ਕੇ ਬੇਨਤੀ ਕਰਦੇ ਹੀ ਸੀ ਜੀ, ਸਾਡੀ ਗੱਲ ਮੰਨ ਲਓ ਜੀ, ਸਾਡੀ ਗੱਲ ਮੰਨ ਲਓ ਜੀ, ਅਰਜ਼ਾਂ ਕਰਦੇ ਸੀ। ਪਰ ਆਹ ਜਿਹੜੀ ਤਿਆਰੀ ਔਰੰਗਜ਼ੇਬ ਨੇ ਕੀਤੀ, ਪਹਾੜੀ ਰਾਜਿਆਂ ਨੇ ਕੀਤੀ, ਆਟੇ ਦੀਆਂ ਗਊਆਂ ਵਾਲੀ, ਕੁਰਾਨ ਸ਼ਰੀਫ ਵਾਲੀ, ਇਹ ਬਹੁਤ ਵੱਡਾ ਇੱਕ ਆਖਰੀ ਹਥਿਆਰ ਸੀ ਸਾਧ ਸੰਗਤ। ਵੈਸੇ ਦਿਨ ਦੇ ਵਿੱਚ ਇੱਕ ਦੋ ਛਤਰ ਸੌਰ, ਦਿਨ ਮੈਂ ਇੱਕ ਦੋ ਛਤਰ ਸੌਰ ਸਾਂਢਣੀ ਅਸਵਾਰ ਜਿਹੜੇ ਸੀ, ਜਿਹੜੇ ਸੁਨੇਹਾ ਲਿਜਾਣ ਵਾਲੇ ਸੀ, ਉਹ ਇੱਕ ਦੋ ਜਾਂਦੇ ਹੀ ਜਾਂਦੇ ਸੀ ਦਿਨ ਵਿੱਚ ਬੇਨਤੀ ਕਰਨ ਲਈ। ਭੇਜਤ ਸ਼ਾਹ ਅਹੇ ਬਹੁ ਦੂਰ। ਬਹੁਤ ਵਾਰੀ ਭੇਜਦਾ ਸੀ ਉਹ ਵੀ ਸਤਿਗੁਰੂ ਜੀ ਨੂੰ ਕਹੋ। ਬਾਦਸ਼ਾਹ ਔਰੰਗਜ਼ੇਬ ਇਕੱਲੇ ਪਹਾੜੀ ਰਾਜੇ ਨਹੀਂ, ਪਹਿਲਾਂ ਤੇ ਪਹਾੜੀ ਰਾਜੇ ਆਤਰ ਹੋਏ, ਫਿਰ ਬਾਦਸ਼ਾਹ ਔਰੰਗਜ਼ੇਬ ਆਤਰ ਹੋ ਗਿਆ, ਤੇ ਉਹ ਦਿਨ ਵਿੱਚ ਇੱਕ ਦੋ ਅਸਵਾਰ ਅਕਸਰ ਭੇਜ ਕੇ ਬੇਨਤੀਆਂ ਕਰਦਾ ਹੈ। ਜੇਰ ਦਸਤ ਬੋਲਿਓ ਇੱਕ ਮਾਈ। ਜ਼ਬਰਦਸਤ ਖਾਂ ਕਹਿੰਦਾ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਮਾਤਾ ਜੀ ਦਾ ਬੜਾ ਸਤਿਕਾਰ ਕਰਦੇ। ਇੱਕ ਮਾਈ, ਮਾਂ ਜੀ, ਮਾਂ ਗੁਜਰੀ ਜੀ ਜੇ ਕਿਤੇ ਕਹਿਣ ਤੇ ਫਿਰ ਗੁਰੂ ਸਾਹਿਬ ਜੀ ਮੰਨ ਸਕਦੇ ਆ। ਇਸ ਵਾਸਤੇ ਕੋਈ ਵਾਸਤਾ ਪਾਓ, ਕੋਈ ਹੀਲਾ ਵਰਤੋ, ਮਾਤਾ ਜੀ ਨੂੰ ਮਨਾ ਲੈਣਾ ਚਾਹੀਦਾ ਹੈ। ਸਤਿਗੁਰੂ ਜੀ ਮਾਤਾ ਜੀ ਦਾ ਬਚਨ ਨਹੀਂ ਮੋੜਦੇ। ਨਿਕਸਿਓ ਚਾਹੇ ਸਿੰਘ ਸਮੁਦਾਈ। ਸਿੰਘ ਤੇ ਨਿਕਲਣਾ ਚਾਹੁੰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਕੁਝ ਸਿੰਘਾਂ ਦੀ ਵਿਚਾਰ ਸੀ, ਜਾਨਾਂ ਹੁੱਲਣ ਵਾਲੇ, ਕੁਰਬਾਨ ਹੋਣ ਵਾਲੇ ਭਾਵੇਂ ਸਾਰੇ ਹੀ ਸਨ, ਪਰ ਕੁਝ ਦੀ ਵਿਚਾਰ ਸੀ ਵੀ ਬਾਹਰ ਨਿਕਲ ਕੇ ਸ਼ਾਇਦ ਕੁਝ ਭੋਜਨ ਦਾ ਆਸਰਾ ਬਣ ਜੇ, ਆਰ ਬਣ ਜੇ। ਉਹ ਖਬਰਾਂ ਸੀ। ਜ਼ਬਰਦਸਤ ਖਾਂ ਕਹਿੰਦਾ ਵੀ ਜਿਹੜੇ ਸਿੰਘ ਨੇ ਕੁਝ, ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ। ਰਹੇ ਸੋ ਉਦਰ ਅੰਨ ਬਹੀਨੇ। ਇਹ ਵੀ ਪਤਾ ਸੀ ਕਿ ਰਾਸ਼ਨ ਮੁੱਕਿਆਂ ਨੂੰ ਬਹੁਤ ਸਮਾਂ ਗੁਜ਼ਰ ਗਿਆ। ਸਿੰਘ ਡਾਢੇ ਭੁੱਖ ਨਾਲ ਆਤਰ ਨੇ, ਘੇਰਾ ਹੀ ਇਸ ਲਈ ਘੱਤਿਆ ਹੋਇਆ ਸੀ। ਤੇ ਜ਼ਬਰਦਸਤ ਖਾਂ ਕਹਿੰਦਾ ਵੀ ਇੱਕ ਗੱਲ ਤੇ ਪੱਕੀ ਹੈ, ਭਾਵੇਂ ਸਿੰਘ ਹੱਠ ਨਾਲ ਬੈਠੇ ਹੋਏ ਆ, ਪਰ ਸਿੰਘਾਂ ਦੇ ਕੋਲੋਂ ਰਾਸ਼ਨ ਜ਼ਰੂਰ ਮੁੱਕ ਚੁੱਕਿਆ ਹੈ। ਗਏ ਵਕੀਲ ਦੇਖ ਸਭ ਚੀਨੇ। ਗਏ ਵਕੀਲ, ਜਿਹਨੇ ਦੂਤ ਜਾਂਦੇ ਸੀ, ਕੁਦਰਤੀ ਹੈ ਜੀ, ਸਿੰਘਾਂ ਦੇ ਸਰੀਰਾਂ ਤੋਂ ਪਤਾ ਲੱਗ ਰਿਹਾ ਸੀ ਦੁਰਬਲ ਹੋ ਗਏ ਨੇ, ਭੁੱਖ ਦੇ ਸਤਾਏ ਹੋਏ ਨੇ। ਜਿੰਨੇ ਦੂਤ ਜਾਂਦੇ ਸੀ ਸਾਰਿਆਂ ਨੇ ਆ ਕੇ ਦੱਸਿਆ ਵੀ ਸਿੰਘ ਜਿਹੜੇ ਨੇ ਉਹ ਸਰੀਰ ਕਰਕੇ ਭੁੱਖ ਦੇ ਭੰਨੇ ਹੋਏ ਹਨ। ਭੀਮ ਚੰਦ ਕਹਿ ਸੁਨੋ ਨਵਾਬ। ਹੁਣ ਜਿਹੜਾ ਕਹਿਲੂਰੀਆ ਰਾਜਾ ਸੀ, ਅਜਮੇਰ ਚੰਦ ਉਸ ਵੇਲੇ ਰਾਜਗੱਦੀ ਤੇ ਸੀ। ਪਿਤਾ ਦਾ ਨਾਂ ਉਹਨਾਂ ਸਮਿਆਂ ਦੇ ਵਿੱਚ ਨਾਲ ਜੋੜਿਆ ਜਾਂਦਾ ਸੀ, ਭੀਮ ਚੰਦ ਦਾ ਪੁੱਤਰ। ਸੋ ਕਹਿਲੂਰੀਆ ਰਾਜਾ ਕਹਿੰਦਾ ਸਾਰੇ ਨਵਾਬਾਂ ਨੂੰ
ਵੀ ਤੁਸੀਂ ਮੇਰੀ ਗੱਲ ਸੁਣੋ। ਇਸ ਕਾਰਜ ਕੋ ਕਰਹੁ ਸ਼ਿਤਾਬ। ਕਹਿੰਦੇ ਵੀ ਇਹ ਕਾਰਜ ਸਾਨੂੰ ਛੇਤੀ ਕਰਨਾ ਚਾਹੀਦਾ। ਸ਼ਤਾਬ ਦਾ ਅਰਥ ਹੈ ਛੇਤੀ। ਇਸ ਕਾਰਜ ਕੋ ਕਰੋ ਸ਼ਤਾਬ। ਸ਼੍ਰੀ ਅਨੰਦਪੁਰ ਸਾਹਿਬ ਨੂੰ ਖਾਲੀ ਕਰਾਉਣ ਵਾਲਾ ਕਾਰਜ ਵੱਡਾ ਕਿਉਂਕਿ ਕਹਿਲੂਰ ਰਿਆਸਤ ਦੇ ਵਿੱਚ ਸੀ ਸ਼੍ਰੀ ਅਨੰਦਪੁਰ ਸਾਹਿਬ, ਤੇ ਸਭ ਤੋਂ ਵੱਡੀ ਮਾਰ ਜਿਹੜੀ 8 ਮਹੀਨਿਆਂ ਤੋਂ ਲੱਖਾਂ ਦੇ ਦਲ ਦੇ ਢੁੱਕਣ ਦੀ ਪੈ ਰਹੀ ਸੀ। ਜੇ ਕੋਈ ਰਿਆਸਤ ਉੱਤੇ ਬਹੁਤਾ ਬੋਝ ਪੈ ਰਿਹਾ ਸੀ, ਖੇਤੀ ਉੱਜੜ ਗਈ ਸੀ, ਰੁੱਖ ਲੱਕੜਾਂ ਮੁੱਕ ਚੁੱਕੀਆਂ ਸੀ, ਉਹ ਕਹਿਲੂਰੀਏ ਨੂੰ ਜ਼ਿਆਦਾ ਪੈ ਰਿਹਾ ਸੀ। ਇਹ ਕਹਿਲੂਰੀਆ ਕਹਿੰਦਾ ਵੀ ਇਸ ਜੰਗ ਦਾ ਅੰਤ ਛੇਤੀ ਕੀਤਾ ਜਾਵੇ। ਮੋਰ ਵਕੀਲ ਮਾਤ ਸਮਝਾਈ। ਮੈਂ ਬੇਨਤੀ ਕਰਦਾ, ਮੈਂ ਆਪਣੇ ਪ੍ਰੋਹਤ ਨੂੰ, ਪੁਜਾਰੀ ਨੂੰ, ਦੂਤ ਨੂੰ ਭੇਜਦਾ, ਉਹ ਮਾਤਾ ਜੀ ਨੂੰ ਜ਼ਰੂਰ ਅਰਜ਼ ਕਰਨਗੇ। ਅਸਨਹਿ ਹੋਏ ਬਹੁਰ ਫਿਰ ਜਾਈ। ਕਹਿੰਦੇ ਵੀ ਸਾਨੂੰ ਸਮਾਂ ਨਹੀਂ ਗਵਾਉਣਾ ਚਾਹੀਦਾ। ਰਾਜੇ ਕਹਿੰਦੇ, ਅਜਮੇਰੀਆ ਕਹਿਲੂਰੀਆ ਕਹਿੰਦਾ ਅਜਮੇਰ ਚੰਦ, ਕਿਤੇ ਇਹ ਨਾ ਹੋਵੇ ਵੀ ਜਿਹੜੇ ਸਿੰਘ ਹੁਣ ਚੰਦ ਕੋ ਕਹਿ ਰਹੇ ਨੇ ਵੀ ਚਲੋ ਬਾਹਰ ਨਿਕਲ ਜਾਣਾ ਚਾਹੀਦਾ, ਤੇ ਉਹ ਵੀ ਕਹਿਣ ਵੀ ਚਲੋ ਨਹੀਂ ਅਸੀਂ ਅੰਦਰੇ ਸ਼ਹੀਦ ਹੋਵਾਂਗੇ। ਪਤਾ ਨਹੀਂ ਕਿੰਨੇ ਕੁ ਮਹੀਨੇ ਫਿਰ ਬੈਠੇ ਰਹਿਣ। ਇਸ ਵਾਸਤੇ ਇਸ ਕਾਰਜ ਵਿੱਚ, ਅਨੰਦਪੁਰ ਸਾਹਿਬ ਖਾਲੀ ਕਰਾਉਣ ਦੇ ਕਾਰਜ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਇੱਕ ਇੱਕ ਦਿਨ ਦਾ ਖਰਚਾ ਝੱਲਣਾ, ਮਾਰ ਝੱਲਣੀ ਕਹਿਲੂਰੀਏ ਵਾਸਤੇ ਔਖੀ ਹੋ ਗਈ ਸੀ। ਉਹ ਜਾਂਦਾ ਵੀ ਸ਼ੀਘਰਤਾ ਦੇ ਨਾਲ। ਉਧਰ ਔਰੰਗਜ਼ੇਬ ਦੀ ਵੀ ਜਿਹੜੀ ਵਿਪਤਾ ਆ ਸਾਰੇ ਦੇਸ਼ ਦੀ, ਉਹ ਵੱਧਦੀ ਪਈ ਸੀ। ਵੀ ਦੇਰੀ ਨਾ ਲੱਗੇ, ਅਨੰਦਪੁਰ ਸਾਹਿਬ ਖਾਲੀ ਕਰਵਾ ਲਿਆ ਜਾਏ। ਕਹਿਓ ਵਜੀਦ ਕਰਹੁ ਅਬ ਤਿਆਰ। ਕਹਿੰਦੇ ਦੂਤ ਤਿਆਰ ਕਰੋ, ਜਿਹੜੇ ਅੰਦਰ ਜਾਣ, ਜਿਹੜੇ ਵਾਸਤਾ ਪਾਉਣ ਧਰਮ ਦਾ, ਜਿਹੜੇ ਆਪਣੇ ਹੀਲੇ ਨੂੰ ਵਸੀਲੇ ਨੂੰ ਵਰਤਣ, ਉਹ ਦੂਤ ਤਿਆਰ ਕੀਤੇ ਜਾਣ। ਸੈਯਦ ਦਿਜਬਰ ਲੀਨ ਹਕਾਰ। ਇੱਕ ਦਿਜਬਰ, ਇੱਕ ਬ੍ਰਾਹਮਣ ਤੇ ਇੱਕ ਕਾਜੀ। ਮੈਂ ਬੇਨਤੀ ਕਰਨੀ ਚਾਹੁੰਦਾ ਗੁਰਮੁਖ ਪਿਆਰਿਓ, ਇਹ ਭੇਖ ਭਾਵੇਂ ਬ੍ਰਾਹਮਣ ਕਾਜੀ ਦਾ ਹੋ ਸਕਦਾ, ਪਰ ਅਸਲ ਵਿੱਚ ਇਹ ਉਹ ਲੋਕ ਨੇ ਜਿਨ੍ਹਾਂ ਨੇ ਰਾਜਿਆਂ ਦੀ ਛਤਰ ਛਾਇਆ ਹੇਠ ਆਪਣੀਆਂ ਜ਼ਮੀਰਾਂ ਨੂੰ ਮਾਰ ਦਿੱਤਾ ਹੋਇਆ। ਬਾਹਰੋਂ ਹੋ ਸਕਦਾ ਜੰਜੂ ਹੋਵੇ, ਤਸਬੀਹ ਹੋਵੇ, ਤਿਲਕ ਹੋਵੇ, ਟੋਪੀ ਹੋਵੇ, ਬਾਹਰੋਂ ਵੇਸ ਹੋ ਸਕਦਾ, ਪਰ ਅਸਲ 'ਚ ਪਾਪ ਦੀ ਕਮਾਈ ਖਾਣ ਵਾਲੇ, ਜ਼ਾਲਮ ਰਾਜਿਆਂ ਦਾ ਸਾਥ ਦੇਣ ਵਾਲੇ, ਪੱਖ ਪੂਰਨ ਵਾਲੇ। ਕਿਉਂਕਿ ਕਦੀ ਵੀ ਨਹੀਂ ਹੋ ਸਕਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਬਾਣੀ ਦਾ ਕਥਨ ਹੈ ਨਾ ਜੀ, ਇਹ ਕਦੀ ਨਹੀਂ ਹੋ ਸਕਦਾ ਵੀ ਜੇ ਕੋਈ ਧਰਮੀ ਹੋਵੇ ਤੇ ਪਾਪੀ ਰਾਜਿਆਂ ਦਾ ਸਾਥ ਦੇਵੇ। ਇਹਦਾ ਮਤਲਬ ਉਹ ਬੰਦਾ ਧਰਮ ਦੇ ਦਿਖਾਵੇ 'ਚ ਜੂ ਰਿਹਾ, ਉਹਦੇ ਅੰਦਰ ਕਦੀ ਧਰਮ ਨਹੀਂ ਹੋ ਸਕਦਾ। ਜਿਹੜਾ ਸੱਚੀ ਮੁੱਚੀ ਧਰਮੀ ਹੈ ਉਹ ਕਦੀ ਗੁਨਾਹਗਾਰ ਰਾਜ ਸ਼ਕਤੀ ਦਾ ਸਾਥ ਨਹੀਂ ਦੇ ਸਕਦਾ। ਜੇ ਘਿਓ ਖਿਚੜੀ ਨੇ ਇੱਕ ਮਿੱਕ ਨੇ, ਉਹ ਢੋਂਗੀ ਹੋ ਸਕਦਾ, ਪਖੰਡੀ ਹੋ ਸਕਦਾ, ਦਗਾਬਾਜ਼ ਹੋ ਸਕਦਾ, ਉਹ ਕਦੀ ਵੀ ਕਿਸੇ ਧਰਮ ਦਾ, ਆਪਣੇ ਧਰਮ ਦਾ ਵੀ ਵਫਾਦਾਰ ਨਹੀਂ ਹੋ ਸਕਦਾ, ਸਵਾਰ ਨਹੀਂ ਸਕਦਾ, ਨਾਸ ਜ਼ਰੂਰ ਕਰ ਸਕਦਾ ਧਰਮ ਦਾ ਸਾਥ। ਤਾਂ ਔਰੰਗਜ਼ੇਬ ਦੇ ਕੋਲ ਜਿਹੜੇ ਲੋਕ ਨੇ, ਬਾਦਸ਼ਾਹ ਦੇ ਕੋਲ, ਸ਼ਾਹੀ ਤਾਕਤ ਦੇ ਕੋਲ ਜਿਹੜੇ ਲੋਕ ਨੇ, ਉਹ ਵੇਖਣ ਨੂੰ ਸੈਯਦ ਤੇ ਦਿਜਬਰ ਜਾਪ ਰਹੇ ਆ, ਪਰ ਹਕੀਕਤ ਇਹ ਹੈ ਕਿ ਉਹ ਧਰਮ ਦਾ ਵਿਕਾਸ ਕਰਨ ਵਾਲੇ ਨਹੀਂ, ਧਰਮ ਦਾ ਵਿਨਾਸ਼ ਕਰਨ ਵਾਲੇ ਆ। ਸੁਚੇਤ ਹੋਣਾ ਐਸੇ ਲੋਕਾਂ ਤੋਂ। ਦਿਜਬਰ, ਪ੍ਰੋਹਤ, ਪੁਜਾਰੀ ਤੇ ਇੱਕ ਕਾਜੀ ਨੂੰ ਬੁਲਾਇਆ ਗਿਆ। ਤੇਨ ਚੂਨ ਕੀ ਧਰ ਕਰ ਥਾਰੀ। ਚੂਨ ਦਾ ਅਰਥ ਹੁੰਦਾ ਚੂਨਾ, ਆਟਾ। ਆਟੇ ਦੀ ਗਾਂ ਬਣਾਈ ਗਈ। ਧੇਨ ਦਾ ਅਰਥ ਗਊ। ਗਾਂ ਬਣਾਈ ਧੇਨ ਚੂਨ ਕੀ ਧਰ ਕਰ ਥਾਰੀ। ਆਟਾ ਗੁੰਨ ਕੇ ਆਟੇ ਦੀ ਗਾਂ ਬਣਾ ਕੇ ਤੇ ਥਾਲੀ 'ਚ ਰੱਖ ਲਈ। ਪ੍ਰਤੀਕ, ਸਿੰਬਲ, ਧਰਮ ਚਿੰਨ੍ਹ ਅੱਗੇ ਕੀਤੇ। ਕਿਉਂਕਿ ਇੱਕ ਗੱਲ ਇਹਨਾਂ ਨੂੰ ਪਤਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੂਜਿਆਂ ਦੇ ਧਰਮ ਦਾ ਕਦੀ ਨਿਰਾਦਰ ਨਹੀਂ ਕਰਦੇ। ਜੇ ਉਹ ਦੂਸਰਿਆਂ ਦੇ ਧਰਮ ਚਿੰਨ੍ਹਾਂ ਨੂੰ ਬਚਾਉਣ ਵਾਸਤੇ ਆਪਣੇ ਪਿਤਾ ਨੂੰ ਕੁਰਬਾਨ ਹੋਣ ਲਈ ਤੋਰ ਸਕਦੇ ਆ, ਏਡਾ ਵੱਡਾ ਦੁੱਖ, ਏਡਾ ਵੱਡਾ ਕਸ਼ਟ, ਏਡੀ ਵੱਡੀ ਕੁਰਬਾਨੀ ਕਰ ਸਕਦੇ ਆ, ਤੇ ਜੇ ਅੱਜ ਫੇਰ ਅਸੀਂ ਧਰਮ ਚਿੰਨ੍ਹਾਂ ਨੂੰ ਹਥਿਆਰ ਵਜੋਂ ਵਰਤੀਏ ਤੇ ਗੁਰੂ ਸਾਹਿਬ ਜੀ ਫੇਰ ਸਾਰੇ ਕਸ਼ਟ ਝੱਲਣ ਲਈ ਤਿਆਰ ਹੋ ਜਾਣਗੇ। ਉਹ ਸਾਡੇ ਧਰਮ ਚਿੰਨ੍ਹਾਂ ਦਾ ਨਿਰਾਦਰ ਨਹੀਂ ਕਰਨਗੇ। ਇਹ ਗੱਲ ਤੇ ਦੁਸ਼ਮਣ ਵੀ ਜਾਣਦਾ ਨਾ ਜੀ, ਕਿ ਜਿਨ੍ਹਾਂ ਨੇ 9 ਵਰਿਆਂ ਦੀ ਉਮਰ ਵਿੱਚ ਕਿਹਾ ਸੀ, ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ।
ਤਾਂ ਕਾ ਕਿਸੇ ਦਾ ਤਿਲਕ ਤੇ ਜੰਜੂ। ਤੇ ਮੇਰੇ ਸਤਿਗੁਰੂ ਰਾਖੇ ਬਣ ਕੇ ਕਹਿੰਦੇ ਪਿਤਾ ਜੀ ਨੂੰ ਜਾਓ ਕੁਰਬਾਨੀ ਦਿਓ ਤਾਂ ਕਿ ਕਿਸੇ ਦੇ ਤਾਂ ਕਿ ਧਰਮ ਤਿਲਕ ਜੰਜੂ ਦੀ ਰਾਖੀ ਹੋ ਸਕੇ। ਇਸ ਲਈ ਹਥਿਆਰ ਵਜੋਂ ਇਹ ਧਰਮ ਚਿੰਨ੍ਹ ਜਿਹੜੇ ਸੀ ਇਹ ਅੱਗੇ ਕੀਤੇ ਗਏ ਕਿ ਗੁਰੂ ਸਾਹਿਬ ਜੀ ਯਕੀਨਨ ਨਕਾਰਨਗੇ ਨਹੀਂ, ਸਤਿਕਾਰਨਗੇ ਜ਼ਰੂਰ। ਕੁਰਾਨ ਮਜੀਦ ਕਿਹਾ ਸਿਰ ਤੇ ਚੁੱਕ ਕੇ ਲੈ ਕੇ ਜਾਇਓ। ਧੀਨ ਚੂਨ ਕੀ ਧਰ ਕਰ ਥਾਰੀ। ਇਸ ਵਿਊ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰੋ ਸਾਧ ਸੰਗਤ। ਪੱਥਰ ਦੇ ਉੱਤੇ ਲਕੀਰ ਹੈ ਕਿ ਸਤਿਗੁਰੂ ਜੀ ਨੂੰ ਕੋਈ ਛਾਲ ਨਹੀਂ ਸਕਦਾ, ਸਤਿਗੁਰੂ ਜੀ ਨੂੰ ਕੋਈ ਮਜਬੂਰ ਨਹੀਂ ਕਰ ਸਕਦਾ। ਉਹ ਮਹਾਬਲੀ ਅਜਿੱਤ ਪਾਤਸ਼ਾਹ ਅਜ਼ੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਆਕਾਸ, ਨਾ ਕੋਈ ਉਹਨਾਂ ਨੂੰ ਮੁਕਾ ਸਕਦਾ, ਨਾ ਕੋਈ ਉਹਨਾਂ ਨੂੰ ਜਿੱਤ ਸਕਦਾ, ਨਾ ਕੋਈ ਉਹਨਾਂ ਨੂੰ ਡਰਾ ਸਕਦਾ, ਨਾ ਕੋਈ ਉਹਨਾਂ ਨੂੰ ਛਾਲ ਸਕਦਾ। ਹੁਣ ਵਰਤਿਆ ਕੀ ਧਰਮ ਚਿੰਨ੍ਹ, ਉਸੇ ਤਰ੍ਹਾਂ ਜਿਵੇਂ ਧਰਮ ਚਿੰਨ੍ਹਾਂ ਦੀ ਕਿਸੇ ਦੇ ਤਾਂ ਕਾ ਤਿਲਕ ਜੰਜੂ। ਆਹ ਸੀ ਇੱਕ ਯਤਨ। ਖੋਟ ਤੋਂ ਸਤਿਗੁਰੂ ਵਾਕਫ ਨੇ, ਪਰ ਇਸ ਵਾਰੀ ਕੀ ਲੈ ਕੇ ਗਏ ਨੇ ਜੀ? ਧੀਨ ਚੂਨ ਕੀ ਧਰ ਕਰ ਥਾਰੀ। ਆਟੇ ਦੀ ਗਾਂ ਬਣਾ ਕੇ, ਪਹਾੜੀ ਰਾਜੇ ਹਿੰਦੂ ਸਨ, ਉਧਰ ਤੇ ਕੁਰਾਨ ਮਜੀਦ ਔਰੰਗਜ਼ੇਬ ਨੇ ਕਿਹਾ ਸਿਰ ਤੇ ਚੁੱਕ ਕੇ ਲੈ ਕੇ ਜਾਇਓ। ਮਤਲਬ ਮੋਰੇ ਕੀ ਕੀਤਾ? ਕੁਰਾਨ ਮਜੀਦ, ਕੁਰਾਨੇ ਪਾਕ। ਔਰੰਗਜ਼ੇਬ ਨੂੰ ਕੁਰਾਨੇ ਪਾਕ ਦਾ ਅਦਬ ਨਹੀਂ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੁਰਾਨੇ ਪਾਕ ਦਾ ਅਦਬ ਹੈ, ਸਨਮਾਨ ਹੈ। ਪਹਾੜੀ ਰਾਜਿਆਂ ਨੂੰ ਆਪਣੇ ਧਰਮ ਚਿੰਨ੍ਹਾਂ ਸਾਲਗ੍ਰਾਮ ਤਿਲਕ ਜੰਜੂ ਦਾ ਅਦਬ ਸਨਮਾਨ ਨਹੀਂ ਹੈ, ਨਾ ਧਾਰਮਿਕ ਲੋਕਾਂ ਦਾ ਤੇ ਨਾ ਧਾਰਮਿਕ ਚਿੰਨ੍ਹਾਂ ਦਾ, ਨਾ ਧਰਮ ਦਾ। ਮਹਾਰਾਜ ਨੇ ਧਾਰਮਿਕ ਲੋਕਾਂ ਦਾ ਵੀ ਸਨਮਾਨ ਕੀਤਾ, ਧਰਮ ਚਿੰਨ੍ਹਾਂ ਦਾ ਵੀ ਸਨਮਾਨ ਕੀਤਾ। ਧੇਨ ਚੂਨ ਕੀ ਧਰ ਕਰ ਥਾਰੀ। ਥਾਲੀ ਦੇ ਵਿੱਚ ਆਟੇ ਦੀ ਗਾਂ ਬਣਾ ਕੇ ਪਹਾੜੀ ਰਾਜਿਆਂ ਨੇ ਹਿੰਦੂ ਧਰਮ ਦੇ ਜਿਹੜੇ ਚਿੰਨ੍ਹ ਸੀ ਉਹ ਰੱਖੇ ਹਨ। ਰਾਖੇ ਸਾਲ ਗ੍ਰਾਮ ਅਗਾਰੀ। ਇਹ ਮੰਨਿਆ ਜਾਂਦਾ ਹਿੰਦੂ ਧਰਮ ਦੇ ਅੰਦਰ ਵੀ ਜਿਹੜਾ ਕਾਲਾ ਪੱਥਰ ਚਿੱਟੀ ਧਾਰੀ ਵਾਲਾ ਹੁੰਦਾ, ਇਹ ਵੀ ਵਿਸ਼ਨੂੰ ਦਾ ਅਵਤਾਰ ਹੈ। ਅਵਤਾਰਵਾਦ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਦਰਜਨਾਂ ਅਵਤਾਰ ਵਿਸ਼ਨੂੰ ਜੀ ਦੇ ਮੰਨੇ ਗਏ ਨੇ, ਤੇ ਉਹ ਪੱਥਰ ਨੂੰ ਵੀ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ। ਜਦੋਂ ਅਵਤਾਰਵਾਦ ਦਾ ਜ਼ਿਕਰ ਆਉਂਦਾ, ਮੱਛੀ ਵੀ ਅਵਤਾਰ ਹੈ, ਕੱਛੂ ਵੀ ਅਵਤਾਰ ਹੈ, ਸੂਅਰ ਵੀ ਅਵਤਾਰ ਹੈ। ਉਹਨਾਂ ਦੇ ਗ੍ਰੰਥਾਂ ਅਨੁਸਾਰ ਕਹਿ ਰਿਹਾ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਇਹ ਪੱਥਰ ਵੀ ਅਵਤਾਰ ਹੈ। ਗੁਰਮਤਿ ਦੇ ਅੰਦਰ ਇੱਕ ਗੱਲ ਬੜੀ ਸਪਸ਼ਟ ਸਮਝਾਈ ਗਈ ਹੈ ਕਿ ਜਨਮ ਮਰਨ ਤੇ ਰਹਿਤ ਨਰਾਇਣ। ਉਹ ਆਉਂਦਾ ਤੇ ਜਾਂਦਾ ਨਹੀਂ ਹੈ, ਉਹ ਸਦਾ ਸਦਾ ਹੈ। ਸੋ ਇਹਨਾਂ ਨੇ ਸਾਲ ਗ੍ਰਾਮ ਪੱਥਰ ਵਿਸ਼ਨੂੰ ਦੇ ਅਵਤਾਰ ਦਾ ਚਿੰਨ੍ਹ, ਆਟੇ ਦੀ ਗਾਂ ਥਾਲੀ ਦੇ ਵਿੱਚ ਟਿਕਾ ਦਿੱਤੀ। ਲਿਖ ਕਾਗਦ ਪਰ ਸਫਤ ਸਵਨ ਕੀ। ਨਾਲ ਸਾਰਿਆਂ ਨੇ ਸ਼ਪਥ ਲਿਖ ਕੇ ਨਾ ਕਾਗਜ਼ ਦੇ ਉੱਤੇ ਕਸਮ ਪਰਵਾਨਾ ਲਿਖਿਆ, ਜਾਮਨ ਬਣਾਇਆ, ਸ਼ਾਦੀ ਭਰੀ ਇਹ ਧਰਮ ਚਿੰਨ੍ਹਾਂ ਦੀ, ਵਾਸਤਾ ਪਾਇਆ। ਇੱਕ ਵਾਰ ਅਨੰਦਪੁਰ ਸਾਹਿਬ ਛੱਡ ਦਿਓ। ਸਾਡੀ ਪੱਤ ਦਾ ਸਵਾਲ ਹੈ, ਸਾਰੇ ਰਾਜਿਆਂ ਨੇ ਆਪਣੇ ਵੱਲੋਂ ਆਪਣੇ ਧਰਮ ਨੂੰ ਸਾਹਮਣੇ ਰੱਖ ਕੇ, ਧਰਮ ਦੇ ਚਿੰਨ੍ਹ ਅੱਗੇ ਰੱਖ ਕੇ ਕਸਮਾਂ ਲਿਖੀਆਂ, ਪੱਤਰ ਲਿਖਿਆ। ਤੇਨ ਨਿਕਟ ਧਰ ਛੁਰੀ ਨਗਨ ਕੀ। ਹਾਂ, ਇੱਕ ਹੋਰ ਬੜੀ ਕਮਾਲ ਦੀ ਗੱਲ ਕੀਤੀ ਜੀ। ਧੀਨ ਨਿਕਟ, ਉਹ ਜਿਹੜੀ ਆਟੇ ਦੀ ਗਾਂ ਬਣਾਈ ਨਾ, ਉਹਦੇ ਨਾਲ ਇੱਕ ਨੰਗੀ ਛੁਰੀ ਰੱਖੀ ਵੀ ਜੇ ਅਸੀਂ ਝੂਠੇ ਹੋਈਏ, ਜੇ ਅਸੀਂ ਆਪਣੇ ਵਿਸ਼ਵਾਸ ਅਕੀਦੇ ਨੂੰ ਤੋੜੀਏ ਤੇ ਮਹਾਰਾਜ ਜੀ ਸਾਨੂੰ ਗਾਂ ਦੀ ਹੱਤਿਆ ਦਾ ਪਾਪ ਲੱਗੇ। ਛੁਰੀ ਦਾ ਇਹ ਅਰਥ ਸੀ, ਨੰਗੀ ਛੁਰੀ ਇਸ ਕਰਕੇ ਰੱਖੀ ਸੀ ਵੀ ਅਸੀਂ ਗਾਂ ਦੇ ਕਾਤਲ ਹੋਈਏ। ਪਰ ਵਾਹ, ਕੂੜੇ ਢੰਗ ਦੇ ਨਾਲ ਰਾਜ ਸਤਾ ਚਲਾਉਣ ਵਾਲਿਆਂ ਵਾਸਤੇ ਗਾਂ ਮਾਰਨੀ ਕਿਹੜੀ ਵੱਡੀ ਗੱਲ ਹੈ ਸਾਧ ਸੰਗਤ। ਅੱਜ ਕੀ ਵੇਖ ਰਹੇ ਹੋ ਤੁਸੀਂ? ਧਰਮ ਦੇ ਸ਼ਰਧਾ ਕਰਕੇ, ਸਨਮਾਨ ਕਰਕੇ ਨਹੀਂ ਧਰਮ ਦਾ ਜਿਹੜਾ ਬੋਲਬਾਲਾ ਕੀਤਾ ਜਾ ਰਿਹਾ, ਬਲਕਿ ਆਪਣੀ ਰਾਜ ਸਤਾ ਨੂੰ ਕਾਇਮ ਕਰਨ ਵਾਸਤੇ ਲੋਕਾਂ ਨੂੰ ਲੜਾਇਆ ਜਾਂਦਾ ਹੈ। ਧਰਮ ਦੇ ਨਾਂ 'ਤੇ ਕਤਲੋਗਾਰਦ ਕਰਵਾਈ ਜਾਂਦੀ ਹੈ। ਬਹੁਤ ਵੱਡੇ ਵੱਡੇ ਦਿਖਾਵੇ ਕੀਤੇ ਜਾਂਦੇ ਧਰਮ ਦੇ ਨਾਂ 'ਤੇ।
ਧਰਮ ਪਰਉਪਕਾਰ ਦਾ ਮਾਰਗ ਹੈ। ਜੇ ਧਰਮ ਸਿੱਖਣਾ ਤੇ ਉਹਨਾਂ ਲੋਕਾਂ ਤੋਂ ਸਿੱਖੋ ਜਿਹੜੇ ਮੌਤ ਦੇ ਮੂੰਹ ਵਿੱਚ ਭੁੱਖਿਆਂ ਨੂੰ ਰੋਟੀ ਖਵਾ ਰਹੇ ਆ, ਜਿਨ੍ਹਾਂ ਨੂੰ ਸਾਹ ਨਹੀਂ ਮਿਲ ਰਿਹਾ, ਉਹਨਾਂ ਨੂੰ ਆਕਸੀਜਨਾਂ ਵੰਡ ਰਹੇ ਆ। ਧਰਮ ਉੱਥੋਂ ਸਿੱਖੋ ਜਿਹੜਾ ਧਰਮ ਬੰਦੇ ਦੀ ਜ਼ਿੰਦਗੀ 'ਚ ਇਨਸਾਨੀਅਤ ਪੈਦਾ ਕਰਦਾ ਹੈ। ਧਰਮ ਛਲ ਦਾ ਨਾਂ ਨਹੀਂ ਹੈ, ਧਰਮ ਦਿਖਾਵੇ ਦਾ ਨਾਂ ਨਹੀਂ ਹੈ, ਧਰਮ ਪਖੰਡ ਦਾ ਨਾਂ ਨਹੀਂ ਹੈ। ਧਰਮ ਮਨੁੱਖੀ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਸਿਖਾਉਂਦਾ ਹੈ, ਮਰਦਿਆਂ ਹੋਇਆਂ ਨੂੰ, ਦਰਦਵੰਦਾਂ ਦੇ ਦਰਦ ਵੰਡਾਉਂਦਾ ਹੈ। ਆਓ ਦੁਨੀਆ ਨੂੰ ਸਿਖਾਈਏ ਧਰਮ। ਸਿੱਖੋ ਦਿੱਲੀ ਦੇ ਗੁਰੂ ਘਰਾਂ ਦੇ ਵਿੱਚੋਂ, ਸੇਵਾ ਨਿਭਾਉਣ ਵਾਲਿਆਂ ਕੋਲੋਂ। ਇਹ ਕੋਈ ਫਿਰਕੂ ਪਾੜੇ ਪਾਉਣ ਵਾਸਤੇ ਨਹੀਂ ਹੁੰਦਾ ਧਰਮ, ਸਾਧ ਸੰਗਤ। ਪਰ ਜਿਨ੍ਹਾਂ ਲੋਕਾਂ ਨੇ ਧਰਮ ਨੂੰ ਨਿਰੋਲ ਵਰਤਣਾ ਹੁੰਦਾ, ਉਹ ਕਿਤੇ ਵੀ ਵਰਤ ਸਕਦੇ ਨੇ। ਉਹ ਮਨੁੱਖਾਂ ਨੂੰ ਮਰਵਾ ਸਕਦੇ ਨੇ, ਲੜਾ ਸਕਦੇ ਨੇ, ਦੰਗੇ ਕਤਲ ਕਰਵਾ ਸਕਦੇ ਨੇ, ਉਹ ਲੋਕਾਂ ਨੂੰ ਉਕਸਾ ਸਕਦੇ ਨੇ। ਉਹੀ ਦਿੱਲੀ ਦੀਆਂ ਗਲੀਆਂ ਜਿੱਥੇ ਉਕਸਾ ਕੇ ਦਸਤਾਰਾਂ ਵਾਲਿਆਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਜੁੰਦੇ ਸਾੜਿਆ ਜਾ ਰਿਹਾ ਸੀ, ਅੱਜ ਉਹੀ ਲੋਕ ਵੇਖ ਰਹੇ ਨੇ ਕਿ ਦਸਤਾਰਾਂ ਵਾਲੇ ਆਉਣਗੇ ਤੇ ਸਾਡੀ ਜ਼ਿੰਦਗੀ ਬਚਾਉਣਗੇ। ਔਰ ਧਰਮ ਵਾਕੇ ਬੋਲ ਕੇ ਨਹੀਂ ਦੱਸਿਆ ਜਾਂਦਾ, ਧਰਮ ਕਮਾ ਕੇ ਦੱਸਿਆ ਜਾਂਦਾ। ਸਾਧ ਸੰਗਤ, ਠੀਕ ਹੈ, ਧਰਮ ਦਾ ਬੋਧ ਦੁਨੀਆ ਤੱਕ ਹੋਵੇ, ਪ੍ਰਚਾਰ ਇੱਕ ਮਾਧਿਅਮ ਹੈ, ਪਰ ਸਿੱਖੀ ਦਾ ਅਸਲ ਪ੍ਰਚਾਰ, ਸਾਧ ਸੰਗਤ, ਇੱਕ ਸਿੱਖ ਲੱਖਾਂ ਕਰੋੜਾਂ ਲੋਕਾਂ ਵਿੱਚ ਪ੍ਰਦੇਸ਼ਾਂ 'ਚ ਚਲਿਆ ਜਾਂਦਾ ਸੀ। ਸਾਰੀ ਦੁਨੀਆ ਸਿੱਖੀ ਦੇ ਗੁਣਾਂ ਤੋਂ ਜਾਣੂ ਹੋ ਜਾਂਦੀ ਸੀ। ਧਰਮ ਸਿੱਖ ਕਮਾ ਕੇ ਦੱਸ ਰਹੇ ਆ। ਇਹ ਗੁਰੂ ਸਾਹਿਬ ਜੀ ਦੇ ਸਾਨੂੰ ਆਦੇਸ਼ ਨੇ। ਸਾਧ ਸੰਗਤ ਜੀ, ਹੁਣ ਕੀਤਾ ਕੀ ਜੀ, ਇਹ ਅਖੌਤੀ ਰਾਜਨੀਤਿਕਾਂ ਨੇ ਆਟੇ ਦੀ ਗਾਂ ਬਣਾਈ। ਧੀਨ ਚੂਨ ਕੀ ਧਰ ਕਰ ਥਾਰੀ, ਰਾਖੇ ਸਾਲ ਗ੍ਰਾਮ ਅਗਾਰੀ, ਲਿਖ ਕਾਗਦ ਪਰ ਸਫਤ ਸਬਨ ਕੀ, ਧੀਨ ਨਿਕਟ ਧਰ ਛੁਰੀ ਨਗਨ ਕੀ। ਅਸੀਂ ਜੀ ਗਾਂ ਦੇ ਕਾਤਲ ਹੋਵਾਂਗੇ ਜੇ ਅਸੀਂ ਝੂਠ ਬੋਲੀਏ। ਅਸੀਂ ਗਾਂ ਨੂੰ ਜਾਮਨ ਬਣਾਉਂਦੇ ਹਾਂ ਜੀ। ਗਾਂ ਹਮਾਰੀ ਮਾਂ ਹੈ। ਰਾਜ ਬਚਾਉਣ ਵਾਸਤੇ ਗਾਂ ਮਾਂ ਬਣ ਗਈ। ਉੱਦਾਂ ਭਾਵੇਂ ਹੱਡ ਰੁਲਦੇ ਹੋਣ, ਇੱਥੇ ਵੇਖਦੇ ਹੋ ਤੁਸੀਂ ਸੜਕਾਂ 'ਤੇ। ਸੋ ਇਹ ਹੈ ਛਲ, ਧੋਖਾ, ਠੱਗੀ, ਫਰੇਬ। ਦੁਨੀਆ ਦੇ ਲੋਕ, ਇਹ ਨਹੀਂ ਕਿ ਇੱਕ ਫਿਰਕੇ ਨੂੰ ਬਚਣ ਦੀ ਲੋੜ ਹੈ, ਸਾਰਿਆਂ ਨੂੰ ਬਚਣ ਦੀ ਲੋੜ ਹੈ। ਹਿੰਦੂ ਵੀਰਾਂ ਨੂੰ ਵੀ ਬੇਨਤੀ ਕਰਦਾ, ਜਿਹੜੇ ਲੋਕ ਇੱਦਾਂ ਝੂਠੀਆਂ ਗੱਲਾਂ ਕਰਕੇ, ਧੋਖਾ ਕਰਕੇ ਲੋਕਾਂ ਨੂੰ ਛਲਣਾ ਚਾਹੁੰਦੇ ਨੇ ਨਾ, ਮੈਂ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਦਾ, ਤੁਹਾਡਾ ਭਲਾ ਇਹਦੇ ਵਿੱਚ ਹੈ। ਇਸ ਛਲ ਤੋਂ ਬਚੋ ਤੇ ਧਰਮ ਦੇ ਪਰਉਪਕਾਰ ਨੂੰ ਸਮਝੋ, ਧਰਮ ਦੀ ਨੇਕੀ ਨੂੰ ਸਮਝੋ। ਧਰਮ ਦਇਆ ਤੋਂ ਬਿਨਾਂ ਜਨਮ ਨਹੀਂ ਲੈਂਦਾ, ਧਰਮ ਨਫ਼ਰਤ ਵਿੱਚ ਨਹੀਂ ਪਲਦਾ। ਧੌਲ ਧਰਮ ਦਇਆ ਕਾ ਪੂਤ ਕਿਹਾ ਸੀ ਬਾਬੇ ਨੇ, ਤੇ ਜਿੱਥੇ ਦਇਆ ਨਹੀਂ, ਨਫ਼ਰਤ ਵਿੱਚੋਂ ਧਰਮ ਕਿਵੇਂ ਜਨਮ ਲਏਗਾ? ਵੀ ਇਹਦੀ ਬਿਲਡਿੰਗ ਮਾੜੀ ਹੈ, ਇਹਨੂੰ ਢਾਹ ਦਿਓ, ਮੇਰੀ ਬਣਾ ਦਿਓ। ਇਹਦਾ ਭਗਵਾਨ ਮਾੜਾ ਹੈ, ਮੇਰਾ ਭਗਵਾਨ ਚੰਗਾ ਹੈ। ਇਹਦਾ ਧਰਮ ਬੁਰਾ ਹੈ, ਮੇਰਾ ਭਲਾ ਹੈ। ਨਹੀਂ, ਤੁਮੇ ਤੁਮਾਰਾ ਖੂਬ, ਹਮੇ ਹਮਾਰਾ ਖੂਬ ਕਹਿ ਕੇ ਸਤਿਗੁਰੂ ਨੇ ਕਿਹਾ ਸੀ ਸਾਰਿਆਂ ਨੂੰ ਜੂਣ ਦਾ ਹੱਕ ਹੈ, ਕਿਸੇ ਦੇ ਤਿਲਕ ਜੰਜੂ ਨਹੀਂ ਉਤਰਨ ਦੇਣੇ। ਕੁਰਾਨ ਮਜੀਦ ਸਿਰ ਤੇ ਲੈ ਕੇ ਜਾਇਓ, ਔਰੰਗਜ਼ੇਬ ਕਹਿੰਦਾ, ਤੇ ਪਹਾੜੀ ਰਾਜਿਆਂ ਨੇ ਤੇ ਹੱਦ ਮੁਕਾ ਦਿੱਤੀ। ਗਾਂ ਵੀ ਰੱਖੀ, ਵਿਸ਼ਨੂੰ ਦਾ ਅਵਤਾਰ ਵੀ ਰੱਖਿਆ। ਭਗਵਾਨ ਭੇਜ ਰਹੇ ਹਾਂ ਜੀ ਅਸੀਂ, ਕਾਹਦੇ ਵਾਸਤੇ? ਸਤਾ ਬਚਾਉਣ ਵਾਸਤੇ। ਸੱਤ ਵਾਸਤੇ ਨਹੀਂ ਭਗਵਾਨ, ਸਤਾ ਵਾਸਤੇ ਭਗਵਾਨ। ਸੁਚੇਤ ਕਦੋਂ ਹੋਏਗਾ ਸੰਸਾਰ ਜੀ? ਜਾਗੇਗਾ ਕਦੋਂ? ਸੱਚ ਤੇ ਕੰਧ ਤੇ ਲਿਖਿਆ ਪਿਆ ਤੁਹਾਡੇ ਸਾਹਮਣੇ ਉਜਾਗਰ ਹੈ। ਫਿਰ ਵਕਤ ਆਉਂਦਾ ਤੇ ਬੰਦਾ ਅੱਖਾਂ ਮੀਟ ਲੈਂਦਾ। ਜ਼ਮੀਰਾਂ ਨੇ ਨਾ, ਕਿਸੇ ਦੀਆਂ ਗੱਲਾਂ ਵਿੱਚ ਛਲੀਆਂ ਜਾਂਦੀਆਂ, ਕਿਸੇ ਦੀਆਂ ਬੋਤਲ ਤੇ ਵਿਕ ਜਾਂਦੀਆਂ, ਕਿਸੇ ਦੀਆਂ ਟਕਿਆਂ ਤੇ ਵਿਕ ਜਾਂਦੀਆਂ, ਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਅਸੀਂ ਆਪ ਵੱਢੀ ਤੁਰੇ ਜਾ ਰਹੇ ਹਾਂ। ਜਿੰਨੀ ਦੇਰ ਸੰਸਾਰ ਗੁਰੂ ਸਾਹਿਬ ਨੇ ਜਗਾਇਆ ਹੀ ਤੇ ਸੀ, ਹੋਰ ਕੀ ਕੀਤਾ ਸੀ ਜੀ? ਕਿਉਂ ਉਹਨਾਂ ਨੇ ਕਹਿਣਾ ਸੀ ਕਿ ਬਾਬਰ ਤੂੰ ਜਾਬਰ ਹੈ? ਉਹ ਵੀ ਗੁਫਾ 'ਚ ਬਹਿ ਕੇ ਨਾਮ ਜਪਦੇ। ਤੇ ਜੇ ਇਸ ਤਰ੍ਹਾਂ ਅੱਜ ਹੋਏਗਾ, ਕਹਿਣਗੇ ਲਓ ਜੀ ਤੁਸੀਂ ਤੇ ਮਾਲਾ ਫੇਰੋ, ਤੁਸੀਂ ਕੀ ਲੈਣਾ ਇਹ ਗੱਲਾਂ ਕਰਕੇ। ਪਰ ਮੇਰੇ ਗੁਰੂ ਗੋਬਿੰਦ ਸਿੰਘ ਕਰਦੇ ਨੇ, ਗੁਰੂ ਨਾਨਕ ਸਾਹਿਬ ਕਰਦੇ ਨੇ। ਗੁਰੂ ਨਾਨਕ ਜੋਤ ਲਗਾਤਾਰ ਕਰਦੀ 250 ਸਾਲ ਇਹ ਗੱਲ, ਅੱਜ ਵੀ ਕਰ ਰਹੀ ਹੈ। ਅੱਜ ਵੀ ਬੋਲਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੀਨ ਨਿਕਟ ਧਰ ਛੁਰੀ ਨਗਨ ਕੀ। ਕਮਾਲ ਹੋ ਗਈ ਜੀ, ਨੰਗੀ ਛੁਰੀ ਰੱਖੀ। ਸਾਲ ਗ੍ਰਾਮ ਵੀ ਇਹ ਭਗਵਾਨ ਹੈ, ਇਹ ਗਾਂ ਮਾਤਾ ਹੈ,
ਤੇ ਆ ਨਾਲ ਥਾਲੀ ਵਿੱਚ ਛੁਰੀ ਟਿਕਾ ਦਿੱਤੀ। ਸ੍ਰੀ ਗੁਰ ਤਕਹਿ ਜੇ ਬੁਰਾ ਤਿਹਾਰੋ। ਆਖਿਆ ਵੀ ਹੇ ਸਤਿਗੁਰੂ ਜੀ, ਵਿਸ਼ਨੂੰ ਜੀ ਜਾਮਨ ਹਨ, ਗਊ ਮਾਤਾ ਜਾਮਨ ਹੈ, ਅਸੀਂ ਵਾਸਤਾ ਪਾਉਂਦੇ ਹਾਂ ਤੇ ਨਾਲ ਅਸੀਂ ਸਹੁੰ ਖਾਂਦੇ ਹਾਂ, ਜੇ ਸਾਡੇ ਮਨ ਵਿੱਚ ਤੁਹਾਡੇ ਵਾਸਤੇ ਬੁਰਾ ਖਿਆਲ ਆਵੇ। ਲਗਹਿ ਪਾਪ ਗੋ ਬਦ ਕੋ ਭਾਰੋ। ਇਹ ਛੁਰੀ ਇਸ ਗੱਲ ਦਾ ਪ੍ਰਤੀਕ ਹੈ। ਸਮਝ ਲਓ ਅਸੀਂ ਛੁਰੀ ਨਾਲ ਗਾਂ ਵੱਢ ਦਿੱਤੀ, ਜੇ ਅਸੀਂ ਤੁਹਾਡੇ ਬਾਰੇ ਮਾੜਾ ਸੋਚੀਏ ਵੀ ਸਮਝ ਲਓ ਗਊ ਵੱਧ ਕਰ ਦਿੱਤਾ ਅਸੀਂ ਜੀ, ਸਾਨੂੰ ਪਾਪ ਲੱਗੇ ਗਊ ਹੱਤਿਆ ਦਾ। ਹੁਣ ਕੀ ਢਾਲ ਬਣਾ ਲਈ? ਗਊ। ਕੀ ਢਾਲ ਬਣਾ ਲਿਆ? ਵਿਸ਼ਨੂੰ ਭਗਵਾਨ ਦਾ ਚਿੰਨ੍ਹ, ਇਹਨੂੰ ਢਾਲ ਬਣਾ ਲਿਆ। ਵੀ ਸਤਿਗੁਰ ਜੀ ਹੁਣ ਇਹ ਤੇ ਨਹੀਂ ਕਹਿਣਗੇ ਵੀ ਲੈ ਜਾਓ ਚੁੱਕ ਕੇ ਭਗਵਾਨ ਦਾ ਚਿੰਨ੍ਹ ਲੈ ਜਾਓ। ਠੀਕ ਹੈ, ਭਾਵੇਂ ਸਤਿਗੁਰੂ ਜੀ ਦਾ ਆਪਣਾ ਅਕੀਦਾ ਤਿਲਕ ਜੰਜੂ ਉੱਤੇ ਨਹੀਂ ਹੈ, ਪਰ ਮਹਾਰਾਜ ਕਹਿੰਦੇ ਨਹੀਂ, ਨਰਾਦਰ ਨਹੀਂ ਹੋਣ ਦੇਣਾ, ਵੱਡੀ ਕੀਮਤ ਅਦਾ ਕਰਨੀ ਪਏਗੀ, ਕੋਈ ਚਿੰਤਾ ਨਹੀਂ। ਸੋ ਇਹ ਜਿਹੜੀ ਸੀ ਨਾ ਹਥਿਆਰ, ਅੰਤਰਜਾਮੀ ਪਾਤਸ਼ਾਹ ਅਛਲ ਅਛੇਦ ਸਤਿਗੁਰੂ ਜੀ ਦੇ ਨਾਲ ਇਹ ਹਥਿਆਰ ਪਹਾੜੀ ਰਾਜੇ ਔਰੰਗਜ਼ੇਬ ਦੋਨਾਂ ਨੇ, ਮਤਲਬ ਗੱਲ ਇੱਥੇ ਕਿਸੇ ਦੇ ਮੁਸਲਮਾਨ ਜਾਂ ਹਿੰਦੂ ਹੋਣ ਦੀ ਨਹੀਂ ਹੈ ਸਾਧ ਸੰਗਤ ਜੀ, ਗੱਲ ਹੈ ਉਹ ਲਾਲਾਂ ਟਪਕਦੀਆਂ ਜਿਹੜੀਆਂ ਰਾਜ ਸਤਾ ਵਾਸਤੇ ਆ ਤੇ ਜਿਹੜੀਆਂ ਧਰਮ ਦੇ ਅਕੀਦੇ ਤੋਂ ਬੰਦੇ ਨੂੰ ਡੁਲਾ ਦਿੰਦੀਆਂ ਨੇ, ਉਹ ਕਿਸੇ ਦੇ ਅੰਦਰੋਂ ਵੀ ਟਪਕ ਸਕਦੀਆਂ। ਫਿਰ ਉਹਨਾਂ ਵਾਸਤੇ ਧਰਮ ਕੀ ਹੁੰਦਾ? ਖਿਲਾਉਣਾ। ਲੋਗਨ ਰਾਮ ਖਿਲਾਉਣਾ ਜਾਣਾ, ਖਿਲਾਉਣਾ। ਜਦੋਂ ਲੋੜ ਪਈ ਉਦੋਂ ਉਹ ਛੁੰਛਣੇ ਵਾਂਗੂ ਫੜ ਲਿਆ, ਤੇ ਜਦੋਂ ਨਹੀਂ ਲੋੜ ਉਦੋਂ ਵਗਾ ਕੇ ਸੁੱਟ ਦਿੱਤਾ। ਜਦੋਂ ਲੋੜ ਪਈ ਉਦੋਂ ਧਰਮ ਚੇਤੇ ਆ ਗਿਆ, ਜਦੋਂ ਨਹੀਂ ਲੋੜ ਪਈ ਉਦੋਂ ਧਰਮ ਨਾਲ ਕੋਈ ਵਾਸਤਾ ਨਹੀਂ। ਤੋ ਸੱਚੇ ਪਾਤਸ਼ਾਹ ਮਹਾਰਾਜ ਵੱਲ ਭੇਜਣ ਲਈ ਇਹ ਤਿਆਰੀ ਕੀਤੀ ਤੇ ਕਿਹਾ ਲੱਗੈ ਪਾਪ ਗੋਬਧ ਕੋ ਭਾਰੀ, ਸ਼੍ਰੀ ਗੁਰੂ ਤਕੈ ਜੇ ਬੁਰਾ ਤਿਹਾਰੋ। ਜੇ ਅਸੀਂ ਫੁਰਨਾ ਵੀ ਲਈਏ ਤੁਹਾਡੇ ਮਾੜੇ ਦਾ ਤੇ ਸਾਨੂੰ ਗਊ ਹੱਤਿਆ ਦਾ ਪਾਪ ਲੱਗੇ। ਸਭ ਹਮ ਪਰਹਿ ਧਰਮ ਤੇ ਦੂਰ। ਮਹਾਰਾਜ ਅਸੀਂ ਅਸਲ 'ਚ ਧਰਮ ਤੋਂ ਦੂਰ ਹੋ ਗਏ ਸੀ, ਤਾਂ ਅਸੀਂ ਗਲਤੀ ਕਰ ਲਈ। ਹੁਣ ਅਸੀਂ ਧਾਰਮਿਕ ਚਿੰਨ੍ਹਾਂ ਦਾ, ਧਰਮ ਦਾ ਵਾਸਤਾ ਪਾਉਂਦੇ ਹਾਂ, ਤੁਹਾਨੂੰ ਆਪਣੇ ਭਗਵਾਨ ਦਾ ਵਾਸਤਾ ਪਾਉਂਦੇ ਹਾਂ। ਸਾਲਗ੍ਰਾਮ ਵਿਸ਼ਨੂੰ ਜੀ ਮਹਾਰਾਜ ਦਾ, ਗਊ ਮਾਤਾ ਦਾ, ਉਹ ਕਹਿੰਦੇ ਅਸੀਂ ਕੁਰਾਨ ਮਜੀਦ ਦਾ ਵਾਸਤਾ ਪਾਉਂਦੇ ਹਾਂ। ਹੁਣ ਸਾਧ ਸੰਗਤ ਜੀ ਇੱਕ ਕਿਰਦਾਰ ਹੈ ਨਾ ਜੀ, ਇੱਕ ਕਿਰਦਾਰ ਹੈ, ਤੇ ਉਹ ਕਿਰਦਾਰ ਕਹਿੰਦਾ ਵੀ ਨਹੀਂ, ਮੈਂ ਕੁਰਾਨ ਮਜੀਦ ਨੂੰ ਨਹੀਂ ਠੁਕਰਾ ਸਕਦਾ, ਮੈਂ ਕਿਸੇ ਦੇ ਅਕੀਦੇ ਦੇ ਨਾਲ ਨਹੀਂ ਖੇਡ ਸਕਦਾ। ਇਹ ਕਿਰਦਾਰ ਹੈ ਸਿੱਖ ਦਾ। ਦੋਨਾਂ ਨੇ ਇਹ ਹਥਿਆਰ ਵਜੋਂ ਧਰਮ ਦੇ ਨਾ ਪਵਿੱਤਰ ਚਿੰਨ੍ਹ ਸੀ ਉਹਨਾਂ ਵਾਸਤੇ। ਵੇਖੋ ਧਰਮ ਵਾਸਤੇ ਤੇ ਪਵਿੱਤਰ ਹੀ ਨੇ ਨਾ ਜੀ, ਜਿਹੜੇ ਨਹੀਂ ਮੰਨਣ ਵਾਲੇ ਉਹਨਾਂ ਵਾਸਤੇ ਤੇ ਆਟੇ ਦੀ ਗਾਂ ਕੋਈ ਅਰਥ ਨਹੀਂ ਰੱਖਦੀ। ਪਰ ਜਿਹੜੇ ਅਕੀਦੇ, ਹੁਣ ਗੁਰੂ ਸਾਹਿਬ ਜੀ ਨੂੰ ਪੁੱਛੋ ਤੇ ਉਹ ਕਹਿੰਦੇ ਆ ਵੀ ਚੌਕੜ ਮੁੱਲ ਤਾਗਾ ਜਿਹੜਾ ਉਹ 4 ਕੌਡੀਆਂ ਦਾ ਤੂੰ ਖਰੀਦ ਲੈਂਦਾ। ਪਰ ਜਦੋਂ ਕਿਸੇ ਦੇ ਵਿਸ਼ਵਾਸ ਦੀ ਗੱਲ ਆਈ, ਜਜ਼ਬਾਤਾਂ ਦੀ ਗੱਲ ਆਈ, ਮਹਾਰਾਜ ਕਹਿੰਦੇ ਨਹੀਂ, ਨਰਾਦਰ ਨਹੀਂ ਹੋਣ ਦੇਣਾ, ਧੱਕਾ ਨਹੀਂ ਹੋਣ ਦੇਣਾ ਜੰਜੂ ਲੈ ਕੇ। ਸੋ ਇਹ ਨਹੀਂ ਹੈ ਕਿ ਸਤਿਗੁਰੂ ਜੀ ਉਸ ਪੱਥਰ ਨੂੰ ਕੀ ਸਮਝਦੇ, ਮਤਲਬ ਹੈ ਵੀ ਇਹਦੇ ਨਾਲ ਕਿਸੇ ਦੇ ਜਜ਼ਬਾਤ ਜੁੜੇ ਹੋਏ ਆ। ਰਾਜਿਆਂ ਨੇ ਇਹ ਹੀਲਾ ਵਰਤਿਆ। ਜੋ ਤੁਮ ਸੋ ਹਮ ਬੋਲਹਿ ਕੂਰ। ਹਾਂ ਮਹਾਰਾਜ ਜੀ, ਸਾਡਾ ਧਰਮ ਨਾਸ਼ ਹੋ ਜੇ, ਸਾਡਾ ਰਹੇ ਕੱਖ ਨਾ ਜੇ ਅਸੀਂ ਤੁਹਾਡੇ ਨਾਲ ਝੂਠ ਬੋਲੀਏ। ਇਦਾਂ ਐਦਨਾਮੇ ਲਿਖੇ। ਸਾਲਗ੍ਰਾਮ ਇਸ਼ਟ ਕੀ ਆਨ। ਸਾਡਾ ਇਸ਼ਟ ਹੈ, ਸਾਡਾ ਭਗਵਾਨ ਹੈ, ਸਾਲਗ੍ਰਾਮ ਵਿਸ਼ਨੂੰ ਜੀ ਦਾ ਅਵਤਾਰ ਹੈ। ਅਸੀਂ ਇਹਨੂੰ ਜਾਮਨ ਬਣਾਉਂਦੇ ਹਾਂ, ਅਸੀਂ ਇਹਦੀ ਸ਼ਾਦੀ ਖਾਂਦੇ ਹਾਂ। ਤਕਹਿ ਬੁਰਾ ਅਗ ਲਾਗੇ ਆਨ। ਤੇ ਸਾਨੂੰ ਸਹੁੰ ਲੱਗੇ, ਸਾਨੂੰ ਪਾਪ ਲੱਗੇ, ਸਾਡਾ ਕੁਝ ਨਾ ਰਹੇ ਜੇ ਅਸੀਂ ਤੁਹਾਡਾ ਬੁਰਾ ਚਿਤਵੀਏ। ਜੰਮੂ ਪਤ ਪੂਪਤ ਕਹਿਲੂਰੀ। ਸਾਰੇ ਰਾਜੇ ਇਕੱਠੇ ਹੋ ਗਏ, ਕਹਿਲੂਰੀਆ ਵੀ, ਜੰਮੂ ਵਾਲਾ ਵੀ, ਕਟੋਚੀਆ ਵੀ, ਸਭ ਇਹ ਰਿਆਸਤਾਂ ਦੇ ਰਾਜਿਆਂ ਨੇ ਅਹਿਦਨਾਮਾ ਲਿਖਿਆ। ਗਿਰਪਤ ਸਭ ਆਦਿਕ ਹੰਡੂਰੀ। ਹੰਡੂਰੀਆ ਆਦਿਕ ਸਾਰੇ ਗਿਰਪਤ, ਸਾਰੀ ਪਹਾੜੀ ਰਾਜੇ ਜਿਹੜੇ ਸੀ, ਉਹਨਾਂ ਨੇ ਆਪਣੇ ਵੱਲੋਂ ਦਸਤਖਤ ਕੀਤੇ, ਪੱਤਰ ਲਿਖਿਆ। ਲਿਖ ਲਿਖ ਸਫਤ ਮੋਹਰ ਸਭ ਕਰੀ। ਹਾਂ, ਮੋਹਰ ਲਾਈ ਆਪਣੀ ਬਕਾਇਦਾ ਜੀ, ਪੂਰੀ ਤਰ੍ਹਾਂ ਦੇ ਨਾਲ ਲਿਖ ਲਿਖ ਕੇ ਅਛਲ ਸਤਿਗੁਰੂ ਜੀ ਨੂੰ ਇਹ ਪੱਤਰ ਲਿਖ ਰਹੇ ਆ।
ਮੋਹਰ ਲਾ ਕੇ ਦਸਤਖਤ ਕੀਤੇ। ਦੇਜਵਰ ਅਰ ਵਕੀਲ ਤਿਸ ਘਰੀ। ਦੂਤ ਤੇ ਉਹ ਪੁਰੋਹਿਤ ਪੁਜਾਰੀ ਜਿਹੜੇ ਧਾਰਮਿਕ ਬੁਰਕੇ ਵਾਲੇ, ਜੰਜੂ ਵਾਲੇ, ਤਿਲਕ ਵਾਲੇ, ਧੋਤੀ ਵਾਲੇ, ਟੋਪੀ ਵਾਲੇ, ਇਹਨਾਂ ਨੂੰ ਫਿਰ ਅੱਗੇ ਲਾਇਆ। ਧਰਮ ਤੇ ਧਾਰਮਿਕ ਲੋਕ, ਧਿਆਨ ਦਿਓ ਜੀ, ਜਦੋਂ ਜਦੋਂ ਆਪਣੇ ਸਵਾਰਥ ਵਾਸਤੇ, ਆਪਣੀ ਪ੍ਰਭਤਾ ਵਾਸਤੇ, ਆਪਣੀ ਹਉਮੈ ਵਾਸਤੇ, ਆਪਣੀ ਹੋਂਦ ਵਾਸਤੇ ਇਹ ਕੂੜੇ ਰਾਜੇ ਧਰਮ ਤੇ ਧਾਰਮਿਕ ਲੋਕ ਦੋਨਾਂ ਨੂੰ ਵਰਤ ਲੈਂਦੇ। ਔਰੰਗਜ਼ੇਬ ਨੇ ਵੀ ਵਰਤਿਆ, ਪਹਾੜੀ ਰਾਜਿਆਂ ਨੇ ਵੀ ਵਰਤਿਆ। ਪੁਰੋਹਿਤ ਪੁਜਾਰੀ ਸੈਯਦ ਬੁਲਾਏ ਗਏ। ਸੈਯਦ ਸਿਰ ਪਰ ਧਰੀ ਕੁਰਾਨ। ਸੈਯਦ ਨੇ ਕੁਰਾਨ ਸਿਰ ਤੇ ਚੁੱਕਣ ਦਾ ਮਤਲਬ ਸੀ ਵੀ ਅਹਿਮ ਕੀ ਹੈ, ਮੋਹਰੇ ਕੀ ਲਾਇਆ, ਢਾਲ ਕੀ ਹੈ, ਕੁਰਾਨ ਮਜੀਦ। ਵੈਸੇ ਤੇ ਬਗਲ 'ਚ ਦੇ ਕੇ ਵੀ ਲੈ ਜਾਂਦੇ ਆ। ਮਤਲਬ ਸੀ ਕਿ ਆਹ ਵੇਖੋ ਜੀ ਕੁਰਾਨ ਦਾ ਵਾਸਤਾ ਹੈ। ਕੁਰਾਨੇ ਪਾਕ ਨੂੰ ਸੈਯਦ ਜਾਤੀ ਦਾ, ਹਜ਼ਰਤ ਮੁਹੰਮਦ ਸਾਹਿਬ ਜੀ ਦੇ ਖਾਨਦਾਨ ਵਿੱਚੋਂ, ਇਹਨੇ ਕੁਰਾਨੇ ਪਾਕ ਨੂੰ ਸਿਰ ਤੇ ਚੁੱਕਿਆ। ਲਿਖਾ ਨੁਰੰਗ ਕਾ ਲੀਨ ਸਪਾਨ। ਤੇ ਜਿਹੜੀ ਲਿਖਤ ਔਰੰਗਜ਼ੇਬ ਨੇ ਜਿਹੜੀ ਭੇਜੀ ਸੀ ਉਹ ਨਾਲ ਲੈ ਲਈ ਹੈ। ਦੋਨੋਂ ਕੋ ਆਗੈ ਸਭ ਕਰਕੇ। ਅੱਗੇ ਲਾ ਲਏ ਜੀ ਹੁਣ ਧਰਮ ਦੇ ਚਿੰਨ੍ਹ ਤੇ ਧਾਰਮਿਕ ਬੰਦੇ, ਇਹਨਾਂ ਨੂੰ ਸਾਰਿਆਂ ਤੋਂ ਅੱਗੇ ਪੁਰੋਹਿਤ ਨੂੰ ਵੀ ਤੇ ਸੈਯਦ ਨੂੰ ਵੀ ਅੱਗੇ ਕਰ ਲਿਆ। ਬਰਿੰਦ ਵਕੀਲ ਗਏ ਗੱਡ ਬਰਕੈ। ਬਹੁਤ ਸਾਰੇ ਦੂਤ ਸਰਕਾਰੀ ਜਿਹੜੇ ਸੀ ਨਾ, ਉਹ ਦਰਬਾਰੀ ਆਦਿਕ, ਮੂੰਹ 'ਚ ਘਾਹ ਪਾ ਕੇ, ਜਿਵੇਂ ਮਤਲਬ ਹੁੰਦਾ ਵੀ ਬੜੀ ਅਧੀਨਗੀ ਨਾਲ, ਬੜੇ ਸਿਰ ਨੀਵੇਂ ਕਰਕੇ, ਜਿਹੜੇ ਖੂਨ ਦੇ ਪਿਆਸੇ ਬਣੇ ਸੀ, ਤੇ ਅੱਜ ਸਤਿਗੁਰੂ ਜੀ ਦੇ ਕੋਲ ਇਹ ਲੈ ਕੇ ਆਪਣੇ ਆਪਣੇ ਧਰਮ ਦਾ ਵਾਸਤਾ ਸ਼੍ਰੀ ਅਨੰਦਪੁਰ ਸਾਹਿਬ, ਕਿਲ੍ਹਾ ਆਨੰਦਗੜ੍ਹ ਨੂੰ ਚੱਲ ਪਏ। ਪ੍ਰਥਮ ਗੁਰੂ ਪਗ ਬੰਦਨ ਕੀਨ। ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ ਸੰਗਤ 'ਚ ਜੀ। ਗੁਰਮੁਖ ਪਿਆਰਿਓ, ਧਰਮ ਨੂੰ ਕਿਸੇ ਵੀ ਬਾਹਰੀ ਤਾਕਤ ਤੋਂ ਖਤਰਾ ਨਹੀਂ ਹੁੰਦਾ, ਕਿਉਂਕਿ ਧਰਮ ਬੜੇ ਉੱਚੇ ਸੁੱਚੇ ਆਦਰਸ਼ਾਂ ਦਾ ਨਾਂ ਹੈ। ਧਰਮ ਦੀ ਬੁਨਿਆਦ ਗਿਆਨ ਵਿੱਚ, ਸ਼ਰਧਾ ਵਿੱਚ, ਭਾਵਨਾ ਵਿੱਚ, ਪਰਉਪਕਾਰ ਵਿੱਚ ਲਾਈ ਹੁੰਦੀ ਹੈ। ਧਰਮ ਨੂੰ ਖਤਰਾ ਕਦੋਂ ਹੁੰਦਾ? ਜਿਹੜੇ ਧਰਮ ਦੇ ਭੇਸ ਵਿੱਚ ਪਖੰਡੀ ਬੈਠੇ ਹੁੰਦੇ ਨੇ ਨਾ ਜੀ, ਉਹ ਧਰਮ ਨੂੰ ਹੋਸ਼ੇ ਹੱਥ ਕੰਡਿਆਂ ਵਜੋਂ ਵਰਤਦੇ ਆ, ਹੋਸ਼ੇ ਗਰਜਾਂ ਸਵਾਰਥਾਂ ਵਾਸਤੇ ਵਰਤਦੇ ਆ। ਉਦੋਂ ਧਰਮ ਦਾ ਨਿਰਾਦਰ ਹੁੰਦਾ, ਧਰਮ ਤੇ ਧੱਬਾ ਲੱਗਦਾ। ਨਾ ਇਸਲਾਮ ਮੰਨਦਾ ਹੈ, ਨਾ ਹਿੰਦੂ ਧਰਮ ਮੰਨਦਾ ਹੈ। ਸਾਨੂੰ ਗੁਰੂ ਸਾਹਿਬ ਨੇ ਸਭ ਦਾ ਸਤਿਕਾਰ ਕਰਨਾ ਸਿਖਾਇਆ, ਭਾਵੇਂ ਆਪਣੀ ਵਿਚਾਰਧਾਰਾ ਨਾ ਵੀ ਮੇਲ ਖਾਂਦੀ ਹੋਵੇ। ਔਰ ਸਾਰਿਆਂ ਦਾ ਅਧਿਕਾਰ ਹੈ ਕਿ ਸਭ ਸਿੱਖ ਰਾਜ ਆਇਆ, ਕਿਤੇ ਸ਼ਾਹੀ ਮਸਜਿਦਾਂ ਵੇਖੋ, ਉੱਥੇ ਸੋਨੇ ਚੜਾਏ, ਮੰਦਰਾਂ ਤੇ ਸੋਨੇ ਚੜਾਏ, ਇਕੱਲੇ ਹਰਿਮੰਦਰ ਸਾਹਿਬ ਨਹੀਂ। ਗੁਰੂ ਸਾਹਿਬ ਨੇ ਸਭ ਦੇ ਅਧਿਕਾਰ ਜਿਹੜੇ ਨੇ ਉਹ ਝੋਲੀਆਂ 'ਚ ਪਾਏ ਨੇ, ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ। ਖਤਰਾ ਕਿਹਦੇ ਤੋਂ ਹੁੰਦਾ? ਜਿਹੜੇ ਮੰਦ ਬਿਰਤੀ ਦੇ ਲੋਕ ਧਰਮ ਨੂੰ ਹਥਿਆਰ ਬਣਾ ਕੇ ਵਰਤਦੇ ਨੇ, ਉਹਨਾਂ ਦੀਆਂ ਕਰਨੀਆਂ ਕਰਤੂਤਾਂ ਕਰਕੇ ਧਰਮ ਕਲੰਕਿਤ ਹੁੰਦਾ। ਸਾਧ ਸੰਗਤ, ਤੇ ਜ਼ਰੂਰਤ ਕੀ ਹੈ? ਕਿਸੇ ਧਰਮ ਨਾਲ ਨਫ਼ਰਤ ਕਰਨ ਦੀ ਲੋੜ ਨਹੀਂ, ਉਹਨਾਂ ਦੁਸ਼ਟ ਲੋਕਾਂ ਨੂੰ ਪਹਿਚਾਨਣ ਦੀ ਜ਼ਰੂਰਤ ਹੈ ਜਿਹੜੇ ਧਰਮ ਦੇ ਨਾਂ ਉੱਤੇ ਇੱਦਾਂ ਦੇ ਛਾਲ ਕਰਦੇ ਆ, ਦੰਗੇ ਕਰਵਾਉਂਦੇ, ਕਤਲੋਗਾਰਦ ਕਰਾਉਂਦੇ, ਲੋਕਾਂ ਨੂੰ ਲੜਾਉਂਦੇ। ਨਹੀਂ ਭਈ, ਪ੍ਰਜਾ ਨੂੰ ਕਦੀ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਸਗੋਂ ਤਾਕਤਾਂ ਨੂੰ ਪਹਿਚਾਨਣਾ ਚਾਹੀਦਾ। ਸੋ ਇਹਨਾਂ ਨੇ ਲੈ ਲਏ ਜੀ ਇਹ ਧਰਮ ਚਿੰਨ੍ਹ, ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਹੁੰਚ ਕੇ। ਇਸ ਤੋਂ ਅਗਲੀ ਵਿਥਿਆ ਕੱਲ੍ਹ ਨੂੰ ਹਜ਼ੂਰ ਸਾਡੀ ਸੋਝੀ 'ਚ ਪਾਉਣ। ਭੁੱਲਾਂ ਬਖਸ਼ੋ, ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।